ਇੱਕ ਪਾਸੇ ਤਾਂ ਜਦੋਂ 500,000 ਕੇਸ ਸੀਗੇ ਉਦੋਂ ਤਾਂ ਸਾਰੇ ਦੇਸ਼ ਵਿੱਚ ਬਿਨਾਂ ਕਿਸੇ ਨੂੰ ਪੁੱਛਿਆ ਦੱਸਿਆ ਇੱਕਦਮ ਲੋਕਡਾਊਨ ਲਾ ਕੇ ਤੇ ਆਪਾਂ ਵਾਹ ਬੱਲੇ ਬੱਲੇ ਪੂਰੀ ਖੜ ਦਿੱਤੀ ਸੀਗੀ ਵੀ ਦੇਖੋ ਅਸੀਂ ਆਹ ਕੰਮ ਕਰ ਦਿੱਤਾ ਤੇ ਕਰੋਨਾ ਨੂੰ ਜਿਹੜਾ ਡੱਕ ਦਿੱਤਾ ਗਾਹਾਂ ਵਧਣ ਲਈ, ਜਿਹਦੇ 'ਚ ਸਭ ਤੋਂ ਵੱਧ ਪ੍ਰਭਾਵਿਤ ਆਟੋ ਟੈਕਸੀ ਵਾਲੇ ਆ। ਜੇ ਦੁਨੀਆ ਨਿਕਲੂਗੀ ਨਹੀਂ ਬਾਹਰ ਤੇ ਉਹਨਾਂ ਨੇ ਕਿਰਾਇਆ ਕਿੱਥੋਂ ਲੈਣਾ ਤੇ ਕਿੱਥੋਂ ਉਹ ਟੈਕਸੀ ਚੱਲੂਗੀ। ਦੁਕਾਨਾਂ ਤਾਂ ਖੋਲਣ ਨਹੀਂ ਦੇ ਰਹੇ, ਕਮਾਈ ਦਾ ਸਾਧਨ ਨਹੀਂ ਹੈ, ਪਰ ਜਿਹੜੇ ਸਾਡੇ ਕੋਲੋਂ ਟੈਕਸ ਵਸੂਲੇ ਜਾ ਰਹੇ ਉਹਨਾਂ 'ਚ ਕੋਈ ਛੋਟ ਨਹੀਂ ਦਿੱਤੀ ਜਾ ਰਹੀ। ਪੂਰੇ ਦੇ ਪੂਰੇ ਟੈਕਸ ਲੈ ਰਹੀ ਹੈ ਸਰਕਾਰ ਤਾਂ ਕਿ ਉਹਨਾਂ ਦੀਆਂ ਆਪਣੀਆਂ ਪੈਨਸ਼ਨਾਂ ਤੇ ਆਪਣੀਆਂ ਤਨਖਾਹਾਂ ਚੱਲਦੀਆਂ ਰਹਿਣ। ਹਾਈ ਕੋਰਟ ਇਸੇ ਗੱਲ ਨੂੰ ਕਹਿ ਰਿਹਾ ਵੀ ਤੁਸੀਂ ਅੱਖਾਂ ਬੰਦ ਕਰ ਸਕਦੇ, ਅਸੀਂ ਅੱਖਾਂ ਨਹੀਂ ਬੰਦ ਕਰ ਸਕਦੇ, ਲੋਕ ਮਰ ਰਹੇ ਆ। ਵਾਕਈ ਉਹਦੀ ਹਾਈ ਕੋਰਟ ਦੀ ਗੱਲ ਠੀਕ ਆ, ਅੱਖਾਂ ਬੰਦ ਕਰਕੇ ਬੈਠਾ। ਨਹੀਂ, ਵੈਸੇ ਸੈਂਟਰ ਦਾ ਧਿਆਨ ਮੈਨੂੰ ਲੱਗਦਾ ਹੈ ਕਿ ਬੰਗਾਲ ਵੱਲ ਜ਼ਿਆਦਾ ਚੱਲ ਰਿਹਾ ਹੈ। ਹਜੇ ਵੀ ਨਹੀਂ ਉਧਰੋਂ ਮੁੜ ਕੇ ਆਇਆ। ਗੁੱਸਾ ਜ਼ਰੂਰ ਹੈਗਾ ਇਹ 'ਚ ਕੋਈ ਸ਼ੱਕ ਨਹੀਂ, ਕਿਉਂਕਿ ਪੂਰਾ ਜ਼ੋਰ ਲਾਤਾ ਸੀਗਾ ਇੱਕ ਪ੍ਰਧਾਨ ਮੰਤਰੀ ਨੇ। ਇਹ ਰੱਬ ਦੀ ਮਰਜ਼ੀ ਨਹੀਂ, ਇਹ ਸਰਕਾਰਾਂ ਦੀ ਲਾਪਰਵਾਹੀ ਦਾ ਨਤੀਜਾ ਹੈ। ਟ੍ਰੇਨ ਦੇ ਉੱਤੇ ਆਕਸੀਜਨ ਭੇਜਣੀ ਆ ਤਾਂ ਮਤਲਬ ਐਮਰਜੈਂਸੀ ਟ੍ਰੇਨ ਆ, ਉਹ ਇੱਕ ਐਂਡ ਤੋਂ ਸ਼ੁਰੂ ਹੋ ਕੇ ਦੂਜੀ ਐਂਡ ਤੱਕ ਬਿਨਾਂ ਰੋਕ ਤੋਂ ਚੱਲਣੀ ਚਾਹੀਦੀ, ਕਿਤੇ ਵੀ ਉਹਦਾ ਸਟਾਪੇਜ ਨਹੀਂ ਹੈਗਾ। ਇਸ ਦੇ ਬਾਵਜੂਦ ਵੀ ਉਹਨੂੰ ਦਿੱਲੀੋਂ ਛੱਤੀਸਗੜ੍ਹ ਪਹੁੰਚਦਿਆਂ 56 ਘੰਟੇ ਲੱਗ ਜਾਣ ਤੇ ਫਿਰ ਉਹ ਕਿਹਦੀ ਨਾਕਾਮੀ ਆ? ਜੇ ਕੰਮ ਸਾਰਾ ਸਮਾਜ ਸੇਵੀਆਂ ਨੇ ਕਰਨਾ, NGO ਨੇ ਕਰਨਾ, ਸੋਨੂ ਸੂਦ ਵਰਗਿਆਂ ਨੇ ਕਰਨਾ, ਤੇ ਫਿਰ ਸਰਕਾਰਾਂ ਨੂੰ ਬਣਾਉਣ ਦਾ ਕੀ ਫਾਇਦਾ? ਪਰ ਇੱਕ ਬੀਬੀ ਹੈ ਜਿਹੜੀ ਬੋਲਣੋਂ ਹਟਦੀ ਨਹੀਂ ਤੇ ਟਵਿੱਟਰ ਨੇ ਸ਼ਾਇਦ ਉਹਦੀ ਚੁੰਝ ਤੇ ਤਾਲਾ ਮਾਰ ਦਿੱਤਾ। ਤੇ ਜਿਹਨੂੰ ਪਤਾ ਹੀ ਨਹੀਂ ਮੈਂ ਕੀ ਬੋਲਣਾ, ਕਿਹਦੇ ਬਾਬਤ ਬੋਲਣਾ, ਕਿਹਦੇ ਲਈ ਬੋਲਣਾ, ਇੱਕ ਔਰਤ ਹੋ ਕੇ ਔਰਤ ਬਾਰੇ ਇਹੋ ਜੀ ਗੱਲ ਕਰੇ। ਗੱਲਾਂ ਬਾਤਾਂ ਦਾ ਸਿਲਸਿਲਾ ਲੈ ਕੇ ਇੱਕ ਵਾਰ ਫੇਰ ਤੋਂ ਹਾਜ਼ਰ ਹਾਂ। ਪ੍ਰੋਗਰਾਮ ਹੈ ਵਿਚਾਰ ਚਰਚਾ ਤੇ ਚੈਨਲ ਹੈ ਪੰਜਾਬੀ ਨੈਸ਼ਨਲ TV। ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਦਾ ਸਿਲਸਿਲਾ ਜਿਹੜਾ ਹੈ ਕਰੋਨਾ ਦੀ ਗੱਲ ਤਾਂ ਕਰਨੀ ਹੈ। ਕਰੋਨਾ ਦੇ ਕਾਰਨ ਆਕਸੀਜਨ ਦੀ ਘਾਟ ਕਿਉਂ ਪੈਦਾ ਹੋ ਰਹੀ ਹੈ? ਇੰਨੇ ਆਕਸੀਜਨ ਸਿਲੰਡਰ ਆ ਰਹੇ ਨੇ, ਫਿਰ ਇਹ ਸਿਲੰਡਰ ਜਾ ਕਿੱਥੇ ਰਹੇ ਨੇ? ਇਸ ਤੋਂ ਇਲਾਵਾ ਇਸ ਪ੍ਰੋਗਰਾਮ 'ਚ ਗੱਲਾਂ ਬਾਤਾਂ ਕਰਨੀਆਂ ਨੇ ਆਲੇ ਦੁਆਲੇ ਦੇ ਮਾਹੌਲ ਦੀਆਂ। ਲਾਕਡਾਊਨ ਤੋਂ ਲੋਕ ਕਿਉਂ ਬੇਪਰਵਾਹ ਹੋ ਰਹੇ ਨੇ? ਸਰਕਾਰਾਂ ਪਾਬੰਦੀਆਂ ਲਾ ਰਹੀਆਂ ਨੇ ਤੇ ਲੋਕ ਗੁੱਸਾ ਦਿਖਾ ਰਹੇ ਨੇ, ਪੰਜਾਬ ਵਿੱਚ ਖਾਸ ਤੌਰ ਤੇ। ਇਸ ਤੋਂ ਇਲਾਵਾ ਬੰਗਾਲ ਦੇ ਵਿੱਚ ਚੋਣਾਂ ਹੋ ਗਈਆਂ, ਨਤੀਜੇ ਆ ਗਏ, ਮੁੱਖ ਮੰਤਰੀ ਨੇ ਅੱਜ ਸਹੁੰ ਚੁੱਕ ਲਈ, ਹਾਲਾਤ ਉੱਥੇ ਕਿਹੋ ਜਿਹੇ ਨੇ? ਇਸ ਤੋਂ ਇਲਾਵਾ ਕੁਝ ਹੋਰ ਗੱਲਾਂ ਬਾਤਾਂ ਕਰਾਂਗੇ ਅੱਜ ਦੇ ਇਸ ਪ੍ਰੋਗਰਾਮ 'ਚ ਆਪਣੇ ਮਾਹਿਰ ਮਹਿਮਾਨ ਦੇ ਨਾਲ। ਤੇ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਅਵਤਾਰ ਸਿੰਘ ਸ਼ੇਰਗਿੱਲ ਜੀ। ਤੁਹਾਡਾ ਬਹੁਤ-ਬਹੁਤ ਸਵਾਗਤ। ਸ਼ੁਕਰੀਆ ਜੀ। ਅਵਤਾਰ ਜੀ, ਕਰੋਨਾ ਬੇਕਾਬੂ ਹੈ ਜੀ। ਕੇਂਦਰ ਸਖਤੀ ਦੇ ਰੌਂਹ ਵਿੱਚ ਨਹੀਂ ਜਾਪਦੀ, ਸੂਬਾ ਸਰਕਾਰਾਂ ਆਪਣੇ ਪੱਧਰ ਤੇ ਪਾਬੰਦੀਆਂ ਲਾ ਰਹੀਆਂ ਨੇ ਤੇ ਪੰਜਾਬ ਦੇ ਕੁਝ ਇਲਾਕਿਆਂ ਦੇ ਲੋਕ ਕਹਿ ਰਹੇ ਨੇ ਵੀ ਸਾਨੂੰ ਪਾਬੰਦੀਆਂ ਨਹੀਂ ਚਾਹੀਦੀਆਂ ਕਿਉਂਕਿ ਖਰਚੇ ਹੈ ਨਹੀਂ, ਰੋਟੀ ਦਾ ਜੁਗਾੜ ਕਿਵੇਂ ਕਰਾਂਗੇ, ਘਰ ਰਹਿ ਕੇ ਤੇ ਅਸੀਂ ਫਿਰ ਮਾਨਸਿਕ ਪਰੇਸ਼ਾਨੀ ਦਾ ਸ਼ਿਕਾਰ ਹੋ ਜਾਵਾਂਗੇ। ਇਹਨਾਂ ਹਾਲਾਤਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕਰੋਨਾ ਦਾ ਜਿਹੜਾ ਭਿਆਨਕ ਦੌਰ ਆ ਉਹ ਘਟਣ ਦੀ ਬਜਾਏ ਲਗਾਤਾਰ ਹੋਰ ਵੱਧ ਰਿਹਾ। ਬੇਸ਼ੱਕ ਪਿਛਲੇ 3 ਦਿਨ ਦੇ ਵਿੱਚ ਥੋੜੇ ਮਾਮਲੇ ਘਟੇ ਸੀਗੇ, 20-22 ਦਾ ਫਰਕ ਸੀ, ਬਹੁਤਾ ਨਹੀਂ ਸੀ, ਪਰ ਉਹਦੇ ਤੋਂ ਲੱਗਣ ਲੱਗਾ ਸੀਗਾ ਵੀ ਸ਼ਾਇਦ ਕਰੋਨਾ ਦੀ ਜਿਹੜੀ ਕੁੱਲ ਗਿਣਤੀ ਆਉਂਦੀ ਆ ਮਰੀਜ਼ਾਂ ਦੀ ਉਹਦੇ ਵਿੱਚ ਘਟਣੀ ਸ਼ੁਰੂ ਹੋ ਗਈ ਆ ਜੀ। ਮੌਤਾਂ ਦਾ ਅੰਕੜਾ ਬੇਸ਼ੱਕ ਉੱਥੇ ਲਾਗੇ ਛਾਗੇ ਸੀ 3500-3600 ਦਾ, ਹੁਣ ਵੀ ਅੱਜ ਵੀ 3700 ਤੋਂ ਪਾਰ ਕਰ ਗਿਆ, ਪਰ ਇੱਕ ਵਾਰ ਫੇਰ ਉਛਾਲ ਆਇਆ ਤੇ ਅੱਜ ਦੀ ਜਿਹੜੀ ਕਰੋਨਾ ਦੀ ਮਰੀਜ਼ਾਂ ਦੀ ਗਿਣਤੀ 3,82,000 ਨੂੰ ਪਾਰ ਕਰ ਗਈ ਆ। 4 ਲੱਖ ਤੱਕ ਪਹੁੰਚੀ ਸੀ ਇੱਕ ਦਿਨ। ਮਾਹਰਾਂ ਦਾ ਮੰਨਣਾ ਆ ਮਈ ਦੇ ਵਿੱਚ ਪੀਕ ਸੀਜ਼ਨ ਆ ਰਿਹਾ, ਪੀਕ ਸਮਾਂ ਆ ਰਿਹਾ ਜਦੋਂ ਬਹੁਤ ਉਚਾਈ ਤੇ ਚੱਲ ਜੂਗਾ। ਇਸ ਸਾਰੇ ਕੁਝ ਦੇ ਵਿੱਚ ਸਰਕਾਰ ਕੀ ਕਰਦੀ ਆ ਜੀ, ਉਹਨੂੰ ਲੈ ਕੇ ਸਾਰੇ ਅਸਮੰਜਸ ਵਿੱਚ ਆ ਜੀ। ਇੱਕ ਪਾਸੇ ਤਾਂ ਜਦੋਂ 500,000 ਕੇਸ ਸੀਗੇ ਉਦੋਂ ਤਾਂ ਸਾਰੇ ਦੇਸ਼ ਵਿੱਚ ਬਿਨਾਂ ਕਿਸੇ ਨੂੰ ਪੁੱਛਿਆ ਦੱਸਿਆ, ਬਿਨਾਂ ਕਿਸੇ ਸਲਾਹ ਲੈਂਦਿਆਂ, ਬਿਨਾਂ ਕਿਸੇ ਮਾਹਰ ਦੀ ਰਾਏ ਲੈਂਦਿਆਂ ਇੱਕਦਮ ਲੋਕਡਾਊਨ ਲਾ ਕੇ ਤੇ ਆਪਾਂ ਵਾਹ ਬੱਲੇ ਬੱਲੇ ਪੂਰੀ ਖੜ ਦਿੱਤੀ ਸੀਗੀ ਵੀ ਦੇਖੋ ਅਸੀਂ ਆਹ ਕੰਮ ਕਰ ਦਿੱਤਾ ਤੇ ਕਰੋਨਾ ਨੂੰ ਜਿਹੜਾ ਡੱਕ ਦਿੱਤਾ ਗਾਹਾਂ ਵਧਣ ਲਈ ਜੀ। ਪਰ ਹੁਣ ਤਾਂ ਜਿਹੜਾ ਕਰੋਨਾ ਦਾ ਡੰਗ ਆ ਉਹ ਹੋਰ ਵੀ ਤਿੱਖਾ, ਹੋਰ ਵੀ ਡੂੰਘਾ ਹੁੰਦਾ ਜਾ ਰਿਹਾ। ਸਾਰੇ ਦੇਸ਼ ਇਹ ਹਾਲ ਆ, ਕੇਵਲ ਪੰਜਾਬ 'ਚ ਨਹੀਂ। ਜੇ ਆਪਾਂ ਗੱਲ ਕਰੀਏ ਦੱਖਣ ਵਾਲੇ ਪਾਸੇ ਤਾਂ ਇਦੋਂ ਵੀ ਬੁਰਾ ਹਾਲ ਆ। ਕਰਨਾਟਕ, ਬੰਗਲੌਰ ਦੇ ਵਿੱਚ ਜਿਹੜਾ ਆ ਉਹ ਬਹੁਤ ਜ਼ਿਆਦਾ ਗਿਣਤੀ 'ਚ ਕੇਸ ਆਉਣ ਲੱਗ ਪਏ ਆ। ਉਹ ਮਹਾਰਾਸ਼ਟਰ ਔਰ ਦਿੱਲੀ ਨੂੰ ਵੀ ਪਾਰ ਕਰ ਗਏ ਆ ਜੀ। ਹੁਣ ਸਥਿਤੀ ਇਹਦੇ ਵਿੱਚ ਇਹ ਬਣੀ ਆ ਵੀ ਕੇਂਦਰ ਨੇ ਲੋਕਾਂ ਨੂੰ ਤਾਂ ਰਹਿਮੋ ਕਰਮ ਦੇ ਰੱਬ ਤੇ ਛੱਡਤਾ ਸੀ ਜੀ, ਨਾਲ ਦੀ ਨਾਲ ਮੇਰੇ ਖਿਆਲ ਹੈ ਆਪਦੀ ਜ਼ਿੰਮੇਵਾਰੀ ਤੋਂ ਵੀ ਭੱਜ ਰਹੀ ਆ ਜੀ। ਬਿਲਕੁਲ ਸਹੀ। ਉਹ ਕਹਿੰਦੇ ਵੀ ਪਿਛਲੇ ਸਾਲ ਲਾਕਡਾਊਨ ਲਾਇਆ ਸੀ, ਸਾਰਾ ਸਾਲ ਸਾਨੂੰ ਗੱਲਾਂ ਸੁਣਨੀਆਂ ਪਈਆਂ ਸੀ ਲੋਕਾਂ ਦੀਆਂ। ਬਹੁਤ ਲੋਕਾਂ ਨੇ ਇੱਕ ਕਿਸਮ ਨਾਲ ਗਾਲਾਂ ਹੀ ਕੱਢੀਆਂ ਸੀਗੀਆਂ ਜੀ, ਇਹ ਕੀ ਕਰਤਾ, ਉਹ ਕੀ ਕਰਤਾ, ਇੱਦਾਂ ਨਹੀਂ ਹੋਣਾ ਚਾਹੀਦਾ ਸੀ, ਉੱਦਾਂ ਨਹੀਂ ਹੋਣਾ ਚਾਹੀਦਾ। ਖੈਰ ਜਦੋਂ ਥੋੜੀ ਰਾਹਤ ਮਿਲੀ ਸੀ ਤਾਂ ਲੋਕਾਂ ਨੇ ਸੁੱਖ ਦਾ ਸਾਹ ਲਿਆ ਸੀਗਾ ਵੀ ਹਾਂ ਕੁਝ ਹੱਦ ਤੱਕ ਸਰਕਾਰ ਨੇ ਕੰਮ ਸਹੀ ਕੀਤਾ ਸੀਗਾ। ਚਲੋ ਉਹਦਾ ਨਤੀਜਾ ਬਾਅਦ ਚ ਪਤਾ ਲੱਗਦਾ ਹੁੰਦਾ।
ਹੁਣ ਸਰਕਾਰ ਇਸ ਗੱਲ ਤੋਂ ਬਚ ਰਹੀ ਆ ਤੇ ਉਹ ਸਟੇਟਾਂ ਤੇ ਰਾਜਾਂ ਤੇ ਛੱਡ ਰਹੀ ਆ, ਭਾਈ ਤੁਸੀਂ ਲਾਕਡਾਊਨ ਲਾਉਣਾ ਤਾਂ ਲਾ ਲਓ, ਸਾਡੇ ਹੱਥ ਬਸ ਨਹੀਂ ਹੈਗਾ, ਹੁਣ ਅਸੀਂ ਨਹੀਂ ਲਾ ਸਕਦੇ ਜੀ। ਇਸ ਦੇ ਬਾਵਜੂਦ ਵੀ ਜੇ ਮੈਂ ਗੱਲ ਕਰਾਂ, ਤੁਸੀਂ ਹੁਣ ਕਾਰੋਬਾਰਾਂ ਤੇ ਗੱਲ ਆ ਗਈ ਸੀਗੀ, ਤਾਂ ਅਪ੍ਰੈਲ ਦੇ ਜਿਹੜੇ ਅੰਕੜੇ ਆ CMIE ਇੱਕ ਮਹਿਕਮਾ ਆ ਸਰਕਾਰ ਦਾ ਹੀ ਆ, ਉਹਦੇ ਮੁਤਾਬਕ ਅੰਕੜੇ ਦੱਸਦੇ ਆ ਕਿ ਅਪ੍ਰੈਲ ਦੇ ਵਿੱਚ ਹੀ 70 ਲੱਖ ਨੌਕਰੀਆਂ ਖਤਮ ਹੋ ਗਈਆਂ ਜੀ। ਜਿਹਦਾ ਵਿਸ਼ਲੇਸ਼ਣ ਕਰ ਲਈਏ ਤੇ ਇਹਦੇ ਵਿੱਚ ਆਉਂਦਾ ਆ 28 ਲੱਖ ਨੌਕਰੀਆਂ ਜਿਹੜੀਆਂ ਸੈਲਰੀ ਵਾਲੀਆਂ ਜੀ, 6-7 ਲੱਖ ਨੌਕਰੀਆਂ ਉਹ ਆ ਜਿਨ੍ਹਾਂ ਨੂੰ ਆਪਾਂ ਮਜ਼ਦੂਰੀ 'ਚ ਗਿਣਿਆ ਜਾਂਦਾ ਹੈ ਵੀ ਮਜ਼ਦੂਰ ਜਿਹੜੇ ਆ ਜੀ ਉਹ ਹੋ ਗਏ। ਬਾਕੀ ਜਿਹੜੇ ਆ ਉਹ ਬਿਜ਼ਨਸ ਨਾਲ ਕਾਰੋਬਾਰਾਂ ਨਾਲ ਜੁੜਿਓ ਲੋਕਾਂ ਦੀਆਂ ਨੌਕਰੀਆਂ ਆ ਜਿਹੜੀਆਂ ਕਿ ਟੋਟਲ ਮਿਲਾ ਕੇ 70-72 ਲੱਖ ਦੱਸਦੇ ਆ ਵੀ ਇੰਨੀਆਂ ਨੌਕਰੀਆਂ ਇੱਕ ਮਹੀਨੇ 'ਚ ਚਲੇ ਗਈਆਂ ਜੀ। ਤੇ ਹਾਲੇ ਕਰੋਨਾ ਦਾ ਕੋਈ ਦਿਸਦਾ ਨਹੀਂ, ਪਰ ਰਾਹਤ ਮਿਲਣ ਦੀ ਕੋਈ ਸੰਭਾਵਨਾ ਨੇੜੇ ਤੇੜੇ ਹੈਗੀ ਆ। ਤੇ ਜੇ ਇਸ ਪਾਸੇ ਨੂੰ ਚਲੇ ਗਏ, ਮੁਕੰਮਲ ਲਾਕਡਾਊਨ ਲਾਤਾ, ਤੇ ਤੁਸੀਂ ਹਿਸਾਬ ਲਾ ਲਓ ਵੀ ਕੀ ਬਣੂਗਾ। 6.25 ਲੱਖ ਕਰੋੜ ਦਾ ਤਾਂ ਪਹਿਲਾਂ ਹੀ ਵਪਾਰਕ ਕਾਰੋਬਾਰ ਪੱਖੋਂ ਜਿਹੜਾ ਅਪ੍ਰੈਲ ਦੇ ਵਿੱਚ ਉਹ ਘਾਟਾ ਪੈ ਚੁੱਕਾ ਹੈ। ਗੱਲ ਆਉਂਦੀ ਆ ਪਾਬੰਦੀਆਂ ਦੀ। ਸਰਕਾਰ ਦਾ ਕੰਮ ਆ ਵੀ ਉਹ ਫਟਾਫਟ ਲਾਤਾ ਪਾਬੰਦੀਆਂ, ਠੀਕ ਹੈ, ਉਹ ਸਰਕਾਰ ਨੇ ਦੇਖਣਾ ਵੀ ਮੈਂ ਜਨਤਾ ਨੂੰ ਬਚਾਉਣਾ ਵੀ ਆ, ਜਨਤਾ ਲੋਕ ਮਰਨ ਨਾ, ਸਾਡੀ ਮੌਤ ਦਰ ਬਹੁਤ ਵੱਧਦੀ ਜਾ ਰਹੀ ਆ। ਪੰਜਾਬ ਵਿੱਚ ਵੀ ਹੁਣ ਜਿਹੜੀ ਆ ਇਸ ਵੇਲੇ ਸਿਖਰ ਤੇ ਸੀ ਜਿਹੜੀ 173 ਮੌਤਾਂ ਦੀ ਗਿਣਤੀ, ਜਿਹੜੀ ਬਹੁਤ ਜ਼ਿਆਦਾ ਆ, ਜਿਹੜੀ ਕਿ ਪਿਛਲੇ ਸਾਲ ਵੀ ਹੈ ਨਹੀਂ ਸੀ ਇੰਨੀ। ਇਹਦੇ ਨਾਲ ਸਰਕਾਰਾਂ ਦਾ ਕੀ ਫਰਜ਼ ਆ, ਸਰਕਾਰ ਦੀ ਆਪਣੀ ਜ਼ਿੰਮੇਵਾਰੀ ਕੀ ਆ, ਉਹ ਤਾਂ ਸਮਝਦੀ ਨਹੀਂ। ਪਾਬੰਦੀ ਲਾਤੀ, ਇੱਕ ਬੰਦੇ ਨੂੰ ਜਿਹੜਾ ਕੰਮ ਤੇ ਜਾਣ ਡਿਆ ਉਹਨੂੰ ਡੱਕ ਦਿੱਤਾ, ਭਾਈ ਤੂੰ ਕੰਮ ਤੇ ਨਹੀਂ ਜਾਣਾ, ਘਰ ਬਹਿਣਾ ਆ, ਕਰੋਨਾ ਫੈਲਦਾ ਆ। ਦੁਕਾਨਾਂ ਬੰਦ ਕਰਤੀਆਂ, ਦੁਕਾਨ ਇੱਕ ਬੰਦ ਕੀਤੀ, ਉਹਦੇ ਵਿੱਚ ਕੰਮ ਕਰਨ ਵਾਲੇ 2 ਮਜ਼ਦੂਰ, ਜਿਹੜਾ ਦੁਕਾਨ ਦਾ ਮਾਲਕ ਆ ਉਹ ਤਾਂ ਪ੍ਰਭਾਵਿਤ ਹੋਇਆ ਹੀ ਹੋਇਆ, ਜਿਹੜਾ ਉਹਦੇ ਨਾਲ 2 ਹੋਰ ਮਜ਼ਦੂਰ ਉਹ ਕੰਮ ਕਰਦੇ, ਉਹਦੀ ਫੈਮਲੀਆਂ 2 ਜਿਹੜੀਆਂ, ਉਹ ਮੰਨ ਲਓ ਜੇ ਇੱਕ ਘਰ 'ਚ 4 ਜੀ ਆ, 8 ਜੀ ਇਫੈਕਟ ਹੋ ਗਏ। ਉਹਨੂੰ ਵੀ ਕਹਿਤਾ ਤੂੰ ਘਰ ਬਹਿ ਜਾ। ਹੁਣ ਜਿਸ ਬੰਦੇ ਨੇ ਉਹੀ ਕਮਾ ਕੇ ਸ਼ਾਮ ਨੂੰ ਜਾ ਕੇ ਉਹੀ ਆਪਣੇ ਬੱਚਿਆਂ ਨੂੰ, ਪਰਿਵਾਰ ਨੂੰ ਖਿਲਾਉਣਾ, ਤੇ ਕਿਸੇ ਦੇ ਘਰ 'ਚ 1 ਜੀ ਕਮਾਉਂਦਾ, ਤਾਂ ਰੇਅਰ ਘਰ ਇਦਾਂ ਦੇ ਹੈਗੇ ਜਿੱਥੇ ਲੇਡੀਜ਼ ਵੀ ਕਮਾਉਂਦੀਆਂ। ਜੇ ਦੋਨੇ ਘਰ ਬਹਿ ਗਏ ਤਾਂ ਰੋਟੀ ਕਿੱਥੋਂ ਆਊਗੀ? ਉਧਰਲੇ ਪਾਸੇ ਸਰਕਾਰ ਦਾ ਧਿਆਨ ਹੈ ਨਹੀਂ ਵੀ ਅਸੀਂ ਜੇ ਇਹਨਾਂ ਨੂੰ ਅੰਦਰ ਡੱਕਦੇ ਆ ਤੇ ਇਹਨਾਂ ਦੀ ਰੋਟੀ ਪਾਣੀ ਦਾ ਪ੍ਰਬੰਧ ਵੀ ਤਾਂ ਕਰਕੇ ਦਈਏ, ਇਹਨਾਂ ਦੇ ਖਾਤਿਆਂ 'ਚ ਪੈਸੇ ਜਾਣ, ਤਾਂ ਹੀ ਇਹ ਚੁੱਪ ਕਰਕੇ ਬੇਫਿਕਰੇ ਹੋ ਕੇ ਬੈਠਾਂਗੇ ਵੀ ਹਾਂ ਵੀ ਸਾਨੂੰ ਬਾਹਰ ਗਏ ਤੇ ਕਰੋਨਾ ਆ, ਘਰ ਬੈਠਿਆ ਸਾਨੂੰ ਸਭ ਕੁਝ ਮਿਲਦਾ। ਤੇ ਰੀਸਾਂ ਆਪਾਂ ਕਰਦੇ ਆ ਅਮਰੀਕਾ ਕੈਨੇਡਾ ਦੀਆਂ, ਜਿੱਥੇ ਉਹ ਹਾਲੇ ਤੱਕ ਵੀ, ਅਮਰੀਕਾ ਕੈਨੇਡਾ ਦੇ ਵਿੱਚ ਹਾਲੇ ਤੱਕ ਵੀ ਉਹਨਾਂ ਦੇ ਨਾਗਰਿਕਾਂ ਦੇ ਖਾਤਿਆਂ ਦੇ ਵਿੱਚ ਪੈਸੇ ਜਾ ਰਹੇ ਆ। ਇਹ ਆਸਾਨ ਨਹੀਂ ਉਹ ਕਰਦੇ, ਉਹ ਕਹਿੰਦੇ ਸਾਡਾ ਫਰਜ਼ ਬਣਦਾ ਹੈ, ਤੁਸੀਂ ਟੈਕਸ ਪੇ ਕਰਦੇ ਆ, ਸਾਡਾ ਫਰਜ਼ ਬਣਦਾ ਇਹੋ ਜਿਹੀ ਮਹਾਮਾਰੀ ਦੇ, ਇਹੋ ਜਿਹੇ ਸੰਕਟ ਕਾਲ ਦੇ ਦੌਰਾਨ ਤੁਹਾਡੀ ਜਿਹੜੀ ਮਦਦ ਕਰਨੀ ਸਾਡਾ ਫਰਜ਼ ਆ। ਅਵਤਾਰ ਜੀ, ਦਿੱਲੀ ਸਰਕਾਰ ਨੇ ਵੀ ਕੱਲ ਇਹੋ ਜਿਹੇ ਕੁਝ ਐਲਾਨ ਕੀਤੇ। ਬਿਲਕੁਲ, ਮੈਂ ਉਧਰ ਹੀ ਆਉਣ ਲੱਗਾ ਸੀਗਾ ਵੀ ਦਿੱਲੀ ਸਰਕਾਰ ਇਸ ਪੱਖੋਂ ਚਲੋ ਬਾਜ਼ੀ ਮਾਰ ਗਈ ਕਹਿ ਨਹੀਂ ਸਕਦੇ, ਸੂਝ-ਬੂਝ ਨਾਲ ਕੰਮ ਲੈ ਗਈ। ਉਹਨੇ ਪਹਿਲਾਂ ਮਜ਼ਦੂਰਾਂ ਦੇ ਖਾਤਿਆਂ 'ਚ ਵੀ ਪਾਏ, ਤਾਂ ਹੁਣ ਉਹਨਾਂ ਨੇ ਇੱਕ ਨਵਾਂ ਜਿਹੜਾ ਉਪਰਾਲਾ ਕੀਤਾ ਬਹੁਤ ਵਧੀਆ, ਜਿਹਦੇ 'ਚ ਸਭ ਤੋਂ ਵੱਧ ਪ੍ਰਭਾਵਿਤ ਆਟੋ ਟੈਕਸੀ ਵਾਲੇ ਆ। ਜੇ ਦੁਨੀਆ ਨਿਕਲੂਗੀ ਨਹੀਂ ਬਾਹਰ ਤੇ ਉਹਨਾਂ ਨੇ ਕਿਰਾਇਆ ਕਿੱਥੋਂ ਲੈਣਾ ਤੇ ਕਿੱਥੋਂ ਉਹ ਟੈਕਸੀ ਚੱਲੂਗੀ। ਉਹਨਾਂ ਦੇ ਖਾਤਿਆਂ ਵਿੱਚ ਵੀ ਉਹਨਾਂ ਨੇ 5-5 ਹਜ਼ਾਰ ਰੁਪਏ ਪਾਉਣ ਦਾ ਜਿਹੜਾ ਐਲਾਨ ਕੀਤਾ ਹੈ। ਨਾਲ ਦੀ ਨਾਲ ਉਹਨਾਂ ਨੇ 72 ਲੱਖ ਲੋਕ ਜਿਹੜੇ ਰਾਸ਼ਨ ਕਾਰਡ ਹੋਲਡਰ ਆ, ਉਹਨਾਂ ਨੂੰ ਵੀ ਅਨਾਜ ਮੁਫਤ ਦੇਣ ਦਾ ਐਲਾਨ ਕੀਤਾ। ਮੁਫਤ ਅਨਾਜ ਦੇਣ ਦਾ ਐਲਾਨ ਤਾਂ ਸੈਂਟਰ ਨੇ ਵੀ ਕੀਤਾ ਆ। ਪਹੁੰਚਦਾ ਕਿੱਥੋਂ ਤੱਕ, ਕਿੰਨਿਆਂ ਤੱਕ ਆ? ਸਵਾਲ ਇਹ ਪੈਦਾ ਹੁੰਦਾ ਵੀ ਪਹੁੰਚਦਾ ਕਿੰਨਿਆਂ ਤੱਕ ਆ। ਜਿਸ ਬੰਦੇ ਨੂੰ ਇਹ ਫਿਕਰ ਰਹੂਗਾ ਵੀ ਮੈਂ ਘਰ ਬੈਠਾ ਆ, ਸ਼ਾਮ ਤੱਕ ਮੇਰੇ ਘਰ ਆਟੇ ਵਾਲਾ ਡਰਮ ਵੀ ਖਾਲੀ ਹੋਣ ਵਾਲਾ, ਸ਼ਾਮ ਤੱਕ ਮੇਰੇ ਘਰ ਜੇ ਅੱਧਾ ਪੌਣਾ ਕਿਲੋ ਜੇ ਦਾਲ ਨਹੀਂ ਆਈ ਤੇ ਸ਼ਾਮ ਨੂੰ ਰਾਤ ਨੂੰ ਰੋਟੀ ਕਿੱਦਾਂ ਖਾਣੀ ਆ? ਸਾਰਾ ਦਿਨ ਮੰਨ ਲਓ ਕਿਸੇ ਨਾ ਕਿਸੇ ਤਰੀਕੇ ਨਾਲ ਖਾ ਲੂਗਾ, ਸ਼ਾਮ ਦੇ ਟਾਈਮ ਤੱਕ ਚਾਹ ਪੱਤੀ ਮੁੱਕਣ ਵਾਲੀ ਆ, ਖੰਡ ਮੁੱਕਣ ਵਾਲੀ ਆ, ਉਹ ਕਿਵੇਂ ਲਿਆਊਗਾ? ਜੇ ਉਹ ਘਰ ਬੈਠੂਗਾ ਤਾਂ ਫਿਰ ਆਪੇ ਉਹ ਕਹੂਗਾ ਵੀ ਯਾਰ ਭੁੱਖੇ ਮਰਨ ਨਾਲੋਂ ਚੰਗਾ ਕਰੋਨਾ ਨਾਲ ਹੀ ਮਰਦੇ ਆ। ਅਸੀਂ ਇਸ ਗੱਲ ਨੂੰ ਨਹੀਂ ਕਹਿੰਦੇ ਵੀ ਕਰੋਨਾ ਦੀਆਂ ਪਾਬੰਦੀਆਂ ਦੀ ਪਾਲਣਾ ਨਾ ਕਰੋ, ਪਾਲਣਾ ਵੀ ਕਰਨੀ ਆ, ਪਰ ਜੇ ਮਨੁੱਖੀ ਜਾਨਾਂ ਦੂਜੇ ਤਰ੍ਹਾਂ ਵੀ ਬਚਾਉਣੀ ਆ ਤਾਂ ਸਰਕਾਰਾਂ ਦੀ ਜ਼ਿੰਮੇਵਾਰੀ ਵੱਧ ਬਣ ਜਾਂਦੀ ਆ। ਵੀ ਜਿੱਥੇ ਕਾਰੋਬਾਰ ਸਾਰਾ ਠੱਪ ਹੋ ਗਏ, ਉਹਦੇ ਨਾਲ ਆਰਥਿਕਤਾ ਤਾਂ ਤਬਾਹ ਹੁੰਦੀ ਉਹ 'ਚ ਕੋਈ ਸ਼ੱਕ ਨਹੀਂ। ਸਾਰਾ ਕੁਝ ਇਕਨੋਮੀ ਜਿਹੜਾ ਉਹ ਖਤਮ ਹੋਣ ਦੇ ਕੰਢੇ ਹੋ ਜਾਂਦੀ ਆ। ਪਰ ਉਸ ਇਕਨੋਮੀ ਨੂੰ ਤਾਂ ਹੀ ਚੁੱਕਿਆ ਜਾਊਗਾ ਜੇ ਆਪਾਂ ਇਹਨਾਂ ਮਜ਼ਦੂਰਾਂ ਨੂੰ ਬਚਾ ਲਵਾਂਗੇ। ਜਦੋਂ ਪਿਛਲੀ ਵਾਰੀ ਫੈਕਟਰੀਆਂ ਬੰਦ ਹੋਈਆਂ ਸੀਗੀਆਂ ਤੇ ਉਦੋਂ ਮਜ਼ਦੂਰ ਵਾਪਸ ਚਲੇ ਗਏ ਸੀ ਤਾਂ ਉਹਨਾਂ ਦਾ ਹਾਲ ਕੀ ਹੋਇਆ ਸੀਗਾ? ਪੈਦਲ ਲੱਖਾਂ ਮੀਲ ਤੈਅ ਕਰਕੇ ਚਲੇ ਗਏ ਸੀ ਤਾਂ ਕਈ ਘਰਾਂ ਤੱਕ ਵੀ ਨਹੀਂ ਪਹੁੰਚੇ ਸੀਗੇ। ਤੇ ਜੇ ਹੁਣ ਜਿਹੜੇ ਹਾਲਾਤ ਨੂੰ ਦੇਖਦੇ, ਹਜੇ ਲਾਕਡਾਊਨ ਪੂਰਾ ਮੁਕੰਮਲ ਨਹੀਂ ਲੱਗਾ ਹੋਇਆ, ਫੇਰ ਵੀ ਮਜ਼ਦੂਰਾਂ ਨੂੰ ਇੱਥੇ ਉਹੀ ਦਾ ਡਰ ਸਤਾਉਣ ਲੱਗਾ ਆ ਵੀ ਹੋਵੇ ਨਾ ਤਾਂ ਅਸੀਂ ਆਪਣੇ ਘਰਾਂ ਨੂੰ ਮੁੜ ਚਲੀਏ, ਔਰ ਮੁੜਨ ਵੀ ਲੱਗ ਪਏ ਆ, ਬੱਸਾਂ ਭਰ ਜਾ ਰਹੀਆਂ। ਇਸੇ ਕਰਕੇ ਤੋਂ ਮੁੜ ਰਹੇ ਨੇ ਕਿਉਂਕਿ ਫਿਰ ਪੈਦਲ ਨਾ ਜਾਣਾ ਪਏ। ਬਿਲਕੁਲ, ਉਹਨਾਂ ਨੂੰ ਇਹ ਆ ਵੀ ਹਜੇ ਤੱਕ ਤਾਂ ਟਰਾਂਸਪੋਰਟ ਚੱਲ ਰਹੀ ਆ, ਰੋਡ ਜਿਹੜੇ ਚੱਲਦੇ ਰੱਖੇ ਆ, ਜੇ ਇਹ ਵੀ ਬੰਦ ਹੋ ਗਿਆ ਤਾਂ ਮੁੜ ਕੇ ਕਿੱਥੇ ਜਾਵਾਂਗੇ ਰੋਟੀ ਪਾਣੀ ਦੇ? ਦੇਖੋ ਹੁਣ ਫੈਕਟਰੀ ਜਦੋਂ ਬੰਦ ਹੋ ਜਾਂਦੀ ਆ ਤਾਂ ਉਹਦੇ ਵਿੱਚ ਇੱਕ ਮਜ਼ਦੂਰ ਥੋੜੀ ਹੋਊਗਾ,
ਕਈ ਮਜ਼ਦੂਰ ਹੁੰਦੇ ਆ। ਜੀ। ਫੈਕਟਰੀ ਵਾਲਾ ਤਾਂ ਆਪ ਦਾ ਕੋਈ ਨਾ ਕੋਈ ਜੁਗਾੜ ਕਰਕੇ ਰੱਖ ਲੂਗਾ, ਹੋ ਸਕਦਾ ਪਹਿਲਾਂ ਹੀ ਕੀਤਾ ਹੋਊਗਾ, ਜੀ ਪਰ ਜਦੋਂ ਉਹਦਾ ਵੀ ਇੰਪੋਰਟ ਐਕਸਪੋਰਟ ਦਾ ਕੰਮ ਜਾਂ ਕੱਚਾ ਮਾਲ ਪੱਕਾ ਮਾਲ ਕਰਕੇ ਨਹੀਂ ਨਿਕਲਦਾ ਕਿਸੇ ਪਾਸਿਓਂ, ਜੀ। ਤੇ ਮਸ਼ੀਨਰੀ ਖੜੀ ਦਾ ਉਹਨੂੰ ਇੰਨਾ ਕਿਰਾਇਆ ਪੈ ਜਾਣਾ, ਬਿਜਲੀ ਦਾ ਕਿਰਾਇਆ ਪੈ ਜਾਣਾ, ਮਸ਼ੀਨਰੀ ਦੀ ਮੇਨਟੇਨੈਂਸ ਪੈ ਜਾਣੀ, ਤੇ ਉਹ ਕਿੱਥੋਂ ਭਰੂਗਾ? ਅਵਤਾਰ ਜੀ, ਮੈਂ ਸੁਣਿਆ ਹੈ ਵੀ ਕਾਰੋਬਾਰੀਆਂ ਨੇ ਜਿਹੜੀ ਹੜਤਾਲ ਕੀਤੀ ਹੈ, ਕਹਿੰਦੇ ਵੀ ਉੱਦਾਂ ਤਾਂ ਤੁਸੀਂ ਸਾਨੂੰ ਕੁਝ ਦੇਣਾ ਨਹੀਂ, ਜੀ। ਜੇ ਦੁਕਾਨਾਂ 2 ਘੰਟੇ ਅਸੀਂ ਖੋਲ ਵੀ ਲਈਆਂ ਤੇ ਕੁਝ ਤਾਂ ਕਮਾ ਸਕਾਂਗੇ। ਤੇ ਕਈਆਂ ਨੇ ਤੇ ਇਹ ਵੀ ਆਖਿਆ ਕਿ ਸਾਡੀ ਨੂੰ ਦੁਕਾਨਾਂ ਤਾਂ ਖੋਲ੍ਹਣ ਨਹੀਂ ਦੇ ਰਹੇ, ਕਮਾਈ ਦਾ ਸਾਧਨ ਨਹੀਂ ਹੈ, ਪਰ ਜਿਹੜੇ ਸਾਡੇ ਕੋਲੋਂ ਟੈਕਸ ਵਸੂਲੇ ਜਾ ਰਹੇ ਉਹਨਾਂ 'ਚ ਕੋਈ ਛੋਟ ਨਹੀਂ ਦਿੱਤੀ ਜਾ ਰਹੀ, ਪੂਰੇ ਦੇ ਪੂਰੇ ਟੈਕਸ ਲੈ ਰਹੀ ਹੈ ਸਰਕਾਰ, ਤਾਂ ਕਿ ਉਹਨਾਂ ਦੀਆਂ ਆਪਣੀਆਂ ਪੈਨਸ਼ਨਾਂ ਤੇ ਆਪਣੀਆਂ ਤਨਖਾਹਾਂ ਚਲਦੀਆਂ ਰਹਿਣ। ਬਿਲਕੁਲ, ਸਰਕਾਰਾਂ ਚਾਹੁੰਦੀਆਂ ਪਏ ਜਿਹੜੇ ਲੋਕ ਆ ਇਮਾਨਦਾਰੀ ਨਾਲ ਟੈਕਸ ਦੇਣ। ਜੀ ਠੀਕ ਹੈ, ਦੇ ਦੇਣਗੇ ਇਮਾਨਦਾਰੀ ਨਾਲ ਟੈਕਸ, ਨਹੀਂ ਦੇਣਗੇ ਤੁਹਾਡਾ ਡੰਡਾ ਹੈਗਾ, ਜੀ ਇਨਕਮ ਟੈਕਸ ਦਾ ਡੰਡਾ ਹੈਗਾ। ਜੀ ਤੇ ਉਹਨਾਂ ਪ੍ਰਤੀ ਸਰਕਾਰ ਦੀ ਇਮਾਨਦਾਰੀ ਕੀ ਆ, ਉਹ ਕੌਣ ਯਾਦ ਦਵਾਊਗਾ? ਉਹਨਾਂ ਦੀ ਜਵਾਬਦੇਹੀ ਕੌਣ ਤੈਅ ਕਰੂਗਾ? ਹੁਣ ਲੋਕ ਸਿੱਧੇ ਤਰ੍ਹਾਂ ਤਾਂ ਕਹਿਣ ਨਹੀਂ ਲੱਗੇ ਵੀ ਤੁਹਾਡੀ ਇਮਾਨਦਾਰੀ ਕੀ ਆ। ਜੀ ਜਦ ਤੁਸੀਂ ਅਗਲਿਆਂ ਤੋਂ ਇਮਾਨਦਾਰੀ ਦੀ ਐਕਸਪੈਕਟੇਸ਼ਨ ਕਰਦੇ ਆ, ਜੀ। ਤੇ ਉਹਨਾਂ ਨੂੰ ਵੀ ਬਦਲੇ ਦੇ ਵਿੱਚ ਦਿਓ ਨਾ ਕੁਝ, ਵੀ ਭਾਈ ਤੁਸੀਂ ਟੈਕਸ ਪੇ ਕੀਤਾ, ਸਾਡੀ ਦੇਸ਼ ਦੀ ਗੱਡੀ ਰੁੜਦੀ ਹੋਈ ਆ, ਇਕਨੋਮੀ ਚੱਲੀ ਆ, ਤੇ ਇਹਦੇ ਬਦਲੇ ਸਾਨੂੰ ਹੁਣ ਜੇ ਇਸ ਵੇਲੇ ਮੁਸ਼ਕਲ ਸਮਾਂ ਤੁਹਾਡੇ ਤੇ ਆਇਆ ਤਾਂ ਅਸੀਂ ਵੀ ਤੁਹਾਡੇ ਨਾਲ ਖੜੇ ਆ। ਪਰ ਇਦਾਂ ਦਾ ਹੁੰਦਾ ਨਹੀਂ ਕਦੀ ਵੀ। ਗੱਲਾਂ ਬਾਤਾਂ ਨੂੰ ਜੋ ਮਰਜ਼ੀ ਕਹੀ ਜਾਣ। ਅੱਜ ਵੀ ਆਰਬੀਆਈ ਨੇ ਬਹੁਤ ਐਲਾਨ ਕੀਤੇ ਆ, ਅਸੀਂ ਕਾਰੋਬਾਰ ਨੂੰ ਇਹ ਕਰ ਦਾਂਗੇ, ਲਿਕੁਇਡੇਸ਼ਨ ਵਧਾ ਦਾਂਗੇ, ਉਹ ਕਰ ਦਾਂਗੇ, ਇਹ ਕਰ ਦਾਂਗੇ। ਹਕੀਕਤ ਵਿੱਚ ਜੋ ਪਿਛਲੇ ਸਾਲ ਸੀਗਾ ਉਹੀ ਮੈਨੂੰ ਲੱਗਦਾ ਫੇਰ ਹੋ ਜਾਊਗਾ। ਗੱਲਾਂ ਬਾਤਾਂ ਬਥੇਰੀਆਂ ਆ, ਪ੍ਰੈਸ ਕਾਨਫਰੰਸਾਂ ਕਰ ਦੇਣੀਆਂ, ਲੋਕਾਂ 'ਚ ਵੱਡੀਆਂ ਵੱਡੀਆਂ ਗੱਲਾਂ ਕਰ ਦੇਣੀਆਂ, ਉਹਨੂੰ ਅਮਲੀ ਜਾਮਾ ਕਿੱਥੋਂ ਤੋਂ ਪਹਿਚਾਇਆ ਜਾਂਦਾ ਉਹ ਆਮ ਬੰਦਾ, ਗਰੀਬ ਬੰਦਾ ਹੀ ਜਾਣਦਾ। ਪਿਛਲੇ ਸਾਲ ਵੀ ਇਹਨਾਂ ਨੇ ਕਿਹਾ ਸੀਗਾ ਵੀ ਜਿਹਨਾਂ ਦੀਆਂ ਕਿਸ਼ਤਾਂ ਆ ਉਹ ਜੇ 2-3 ਮਹੀਨੇ ਟਪਾ ਦਿਆਂਗੇ, ਉਹ ਵਿਆਜ ਮੁਕਤ ਕਰ ਦਾਂਗੇ, ਕਿਸੇ ਨੂੰ ਹੋਇਆ? ਉਹ ਖੁਦ ਬੰਦੇ ਸਾਡੇ ਵਰਗੇ ਪੀੜਤ ਆ ਜਿਨ੍ਹਾਂ ਨੂੰ ਬਾਅਦ 'ਚ ਫਿਰ ਡਬਲ ਕਈ ਵਾਰੀ ਕਰਕੇ, ਜਾਂ ਡਬਲ ਨਹੀਂ ਤਾਂ ਉਨੀਆਂ ਕਿਸ਼ਤਾਂ ਫਿਰ ਦੇਣੀਆਂ ਪਈਆਂ, ਕੋਈ ਮਾਫ ਨਹੀਂ ਹੋਇਆ, ਕੁਝ ਨਹੀਂ ਹੋਇਆ। ਸੋ ਇਹਨਾਂ ਨੂੰ ਅਮਲੀ ਜਾਮਾ ਜਿੰਨਾ ਚਿਰ ਨਹੀਂ ਬਣਾਉਂਦੇ ਆ, ਆਪ ਦੀ ਜ਼ਿੰਮੇਵਾਰੀ ਲੈ ਕੇ, ਉਹਨਾਂ ਦੀ ਜ਼ਿੰਮੇਵਾਰੀ ਚੁੱਕ ਕੇ, ਫੇਰ ਹੀ ਆਪਾਂ ਕਰੋਨਾ ਦੀ ਪਾਬੰਦੀਆਂ ਦੀ ਪਾਲਣਾ ਕਰਾ ਸਕਾਂਗੇ। ਕਰੋਨਾ ਦੀ ਪਾਬੰਦੀਆਂ ਦੀ ਗੱਲ ਤਾਂ ਚਲੋ ਲੋਕ ਮੰਨ ਲੈਣ, ਸਮਝਦਾਰੀ ਅਪਣਾ ਲੈਣ ਤੇ ਠੀਕ ਹੈ। ਅਵਤਾਰ ਜੀ, ਤੁਸੀਂ ਸਾਰੀ ਗੱਲ ਨੂੰ ਦੱਸ ਦਿੱਤਾ ਹੈ ਤੇ ਆਪਾਂ ਇਸੇ ਗੱਲ ਤੋਂ ਅੱਗੇ ਗੱਲਾਂ ਨੂੰ ਤੋਰਾਂਗੇ ਪਰ ਇਸ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਪ੍ਰੋਗਰਾਮ 'ਚ ਫਿਰ ਤੋਂ ਸਵਾਗਤ ਕਰਦੇ ਹਾਂ। ਤੇ ਸ਼ੇਰਗਿੱਲ ਜੀ, ਕਰੋਨਾ ਦੀ ਗੱਲ ਕਰ ਲਈ, ਆਕਸੀਜਨ ਦੀ ਘਾਟ ਸਰਕਾਰਾਂ ਕਹਿ ਰਹੀਆਂ ਨੇ ਪੂਰੀ ਹੋ ਰਹੀ ਹੈ, ਪਰ ਫਿਰ ਵੀ ਮਰੀਜ਼ਾਂ ਦੀ ਮੌਤ ਕਿਉਂ ਹੋ ਰਹੀ ਹੈ? ਦੇਖੋ, ਅਦਾਲਤਾਂ ਨੂੰ ਦਖਲ ਦੇਣਾ ਪਿਆ ਬਹੁਤ ਹੀ ਗੰਭੀਰ ਸਥਿਤੀ ਹੋਣ ਕਰਕੇ, ਤੇ ਅਦਾਲਤਾਂ ਦੇ ਵਿੱਚ ਬੈਠੇ ਜਿਹੜੇ ਜੱਜ ਸਾਹਿਬ ਆ ਉਹ ਕੋਈ ਐਵੇਂ ਥੋੜੀ ਪਏ ਰੋਜ਼ ਹੀ ਉਹ ਲਾਂਤਾਂ ਫਟਕਾਰਾਂ ਸਰਕਾਰਾਂ ਨੂੰ ਪਾਈ ਜਾਣ। ਉਹਨਾਂ ਕੋਲ ਪਤਾ ਨਹੀਂ ਹਜ਼ਾਰਾਂ ਕੇਸ ਹੋਰ ਬਹੁਤ ਆ ਜੀ, ਕੇਵਲ ਇੱਕੋ ਕੇਸ ਇਹ ਥੋੜੀ ਆ ਪਏ ਰੋਜ਼ ਇਸੇ ਤੇ ਸੁਣਵਾਈ ਕਰਕੇ ਸਰਕਾਰਾਂ ਨੂੰ ਜਾਗਰੂਕ ਕਰੀ ਜਾਣ, ਸਰਕਾਰਾਂ ਨੂੰ ਜਗਾਉਣ, ਹਲੂਣਾ ਦੇਣ ਵੀ ਕਿੱਥੇ ਸੁੱਤੇ ਆ ਲੋਕ, ਮਰੀ ਜਾਂਦੇ ਆ। ਫਿਰ ਵੀ ਉਹ ਸਰਕਾਰ ਨਾ ਜਾਗੇ ਤਾਂ ਕਹੀ ਜਾਵੇ ਵੀ ਨਹੀਂ ਸਾਡੇ ਕੋਲ ਤਾਂ ਕਮੀ ਕੋਈ ਨਹੀਂ। ਤੇ ਵੀ ਹਾਈ ਕੋਰਟ ਕਿਉਂ ਰੌਲਾ ਪਾ ਰਿਹਾ ਜੇ ਕਮੀ ਹੈ ਨਹੀਂ ਕੋਈ? ਤਾਂ ਰੋਜ਼ਾਨਾ ਹੀ ਕਿਸੇ ਨਾ ਕਿਸੇ ਸਟੇਟ ਤੋਂ ਆਕਸੀਜਨ ਦੀ ਘਾਟ ਕਰਕੇ ਹਸਪੀਟਲਾਂ 'ਚੋਂ ਲੋਕਾਂ ਦੇ ਮਰਨ ਦੀਆਂ ਖਬਰਾਂ ਕਿਉਂ ਆ ਰਹੀਆਂ? ਕਿਸੇ ਸਟੇਟ ਕਦੇ ਕਰਨਾਟਕ 'ਚੋਂ ਆਉਣ ਲੱਗ ਪੈਂਦੀਆਂ, ਕਦੇ ਗੁਜਰਾਤ 'ਚੋਂ, ਕਦੇ ਯੂਪੀ 'ਚੋਂ, ਈਵਨ ਪੰਜਾਬ 'ਚ ਵੀ ਅੰਮ੍ਰਿਤਸਰ ਆਪਾਂ ਦੇਖੀਆਂ ਸੀਗੀਆਂ। ਤੇ ਇਸ ਤੋਂ ਸਭ ਤੋਂ ਵੱਧ ਜਿਹੜੀ ਗੱਲ ਹੈ ਉਹ ਦਿੱਲੀੋਂ ਆ ਰਹੀਆਂ। ਤੇ ਬਾਵਜੂਦ ਇਸ ਦੇ ਜਿਹੜੇ ਦਿੱਲੀ ਦਾ ਕੋਟਾ ਆ ਉਹ 960-70 ਮੀਟ੍ਰਿਕ ਟਨ ਦਾ ਆ, ਤੇ ਉਹਨਾਂ ਨੂੰ ਮਿਲ ਕਿੰਨਾ ਰਿਹਾ ਕਿ 440। ਅੱਧਾ ਪੋਰਸ਼ਨ ਮਿਲ ਰਿਹਾ, ਅੱਧੇ ਨਾਲੋਂ ਵੀ ਘੱਟ, ਤੇ ਉਹਦਾ ਪੂਰਾ ਪੋਰਸ਼ਨ ਕਦੋਂ ਕਰੂਗੇ? ਹਾਈ ਕੋਰਟ ਇਸੇ ਗੱਲ ਨੂੰ ਕਹਿ ਰਿਹਾ ਵੀ ਤੁਸੀਂ ਅੱਖਾਂ ਬੰਦ ਕਰ ਸਕਦੇ। ਉਹਨਾਂ ਨੇ ਸ਼ਬਦ ਤਾਂ ਬਲਾਈਂਡ ਵਰਤਿਆ ਵੀ ਤੁਸੀਂ ਅੰਨੇ ਹੋ ਸਕਦੇ, ਅਸੀਂ ਅੱਖਾਂ ਨਹੀਂ ਬੰਦ ਕਰ ਸਕਦੇ, ਲੋਕ ਮਰ ਰਹੇ ਆ। ਇਸ ਤੋਂ ਵੀ ਅੱਗੇ ਜਾ ਕੇ ਫੇਰ ਕਹਿਤਾ ਵੀ ਸ਼ੁਤਰਮੁਰਗ ਬਣ ਕੇ ਰੇਤ ਦੇ ਥੱਲੇ ਸਿਰ ਦੱਬ ਕੇ ਨਹੀਂ ਬੈਠਣਾ, ਇਹ ਤੁਹਾਡਾ ਕੰਮ ਹੈ, ਸਾਡਾ ਕੰਮ ਨਹੀਂ ਹੈਗਾ। ਸਾਡੇ ਤੋਂ ਇਹ ਜਿਹੜੇ ਦੁਨੀਆ ਮਰ ਰਹੀ ਆ, ਅਣਿਆਈ ਮੌਤੇ ਮਰ ਰਹੀ ਆ, ਬਿਨਾਂ ਵਜ੍ਹਾ ਮਰ ਰਹੀ ਆ, ਇਹ ਦੇਖੀ ਨਹੀਂ ਜਾ ਰਹੀ। ਪਰ ਸਵਾਲ ਉੱਥੇ ਫੇਰ ਇਹੀ ਖੜ ਜਾਂਦਾ ਵੀ ਸਰਕਾਰ ਨੂੰ ਅਦਾਲਤਾਂ ਤਾਂ ਜਗਾ ਰਹੀਆਂ, ਹਾਈ ਕੋਰਟ 6 ਰਾਜਾਂ ਦੀਆਂ ਜਿਹੜੀਆਂ ਸੁਣਵਾਈ ਕਰ ਰਹੀਆਂ, ਸਵੈ ਨੋਟਿਸ ਸੁਪਰੀਮ ਕੋਰਟ ਨੇ ਲਿਆ ਹੋਇਆ, ਉਹਨਾਂ ਦੇ ਕੋਲ ਵੀ ਇਹ ਜਾ ਕੇ ਕਹਿ ਹਟੇ ਵੀ ਹਾਈ ਕੋਰਟ ਦੀ ਸੁਣਵਾਈ ਬੰਦ ਕਰਾ ਦਿਓ। ਸੁਪਰੀਮ ਕੋਰਟ ਕਹਿੰਦਾ ਨਹੀਂ, ਇਹ ਇਸ ਵੇਲੇ ਮਹਾਮਾਰੀ ਦਾ ਕੰਮ ਆ, ਲੋਕਾਂ ਦੀ ਮੌਤਾਂ ਔਰ ਜੀਵਨ ਦਾ ਸਵਾਲ ਆ, ਅਸੀਂ ਇਹਦੇ 'ਚ ਦਖਲ ਨਹੀਂ ਦੇ ਸਕਦੇ, ਹਾਈ ਕੋਰਟਾਂ ਸੁਣਵਾਈ ਕਰੀ ਜਾਣ। ਹਾਈ ਕੋਰਟ ਸੁਪਰੀਮ ਕੋਰਟ ਦਾ ਨਾਲ ਦੇ ਕੇ ਕਹਿ ਰਿਹਾ ਵੀ ਇਹ ਹੁਕਮ ਹੈ ਸੁਪਰੀਮ ਕੋਰਟ ਦਾ ਵੀ ਆਕਸੀਜਨ ਪਹੁੰਚਾਉਣ ਦੀ ਜ਼ਿੰਮੇਵਾਰੀ ਸੈਂਟਰ ਦੀ ਆ। ਪਰ ਮਜਾ ਲਿਆ ਸੈਂਟਰ ਦੇ ਕੰਨ 'ਚ ਕਿਤੇ ਜੂੰ ਸਰਕ ਜਾਏ, ਉਹ ਤਾਂ ਐਂ ਬੈਠਾ ਵੀ ਜਿੱਦਾਂ ਕੁਝ ਹੋਇਆ ਹੀ ਨਹੀਂ ਹੁੰਦਾ। ਵਾਕਈ ਸੋ ਉਹਦੀ ਹਾਈ ਕੋਰਟ ਦੀ ਗੱਲ ਠੀਕ ਆ, ਅੱਖਾਂ ਬੰਦ ਕਰਕੇ ਬੈਠਾ। ਨਹੀਂ, ਵੈਸੇ ਸੈਂਟਰ ਦਾ ਧਿਆਨ ਮੈਨੂੰ ਲੱਗਦਾ ਹੈ ਕਿ ਬੰਗਾਲ ਵੱਲ ਜ਼ਿਆਦਾ ਚੱਲ ਰਿਹਾ, ਹਜੇ ਵੀ ਨਹੀਂ ਉਧਰੋਂ ਮੁੜ ਕੇ ਆਇਆ।
ਜਿੰਨਾ ਜ਼ੋਰ ਉਹਨਾਂ ਨੇ 6 ਮਹੀਨੇ ਲਾਤਾ ਸੀ, ਹਜੇ ਵੀ ਉਧਰ ਨੂੰ ਹੀ ਜ਼ਿਆਦੇ ਉਹਨਾਂ ਦਾ ਧਿਆਨ ਜਾ ਰਿਹਾ। ਹੁਣ ਇਹ ਹਾਈ ਕੋਰਟ ਦਿੱਲੀ ਦੀ ਤਾਂ ਆ ਗੱਲਾਂ ਹੋ ਗਈਆਂ। ਇਸ ਤੋਂ ਵੀ ਵੱਡੀ ਗੱਲ ਇਲਾਹਾਬਾਦ ਹਾਈ ਕੋਰਟ ਨੇ ਕਰਤੀ। ਉਹ ਕਿਹੜੀ ਕੀਤੀ? ਉਹ ਕਹਿੰਦਾ ਵੀ ਆਕਸੀਜਨ ਦੀ ਜਿਹੜੀ ਘਾਟ ਪੂਰੀ ਕਰਨੀ ਸਰਕਾਰਾਂ ਦੀ ਜ਼ਿੰਮੇਵਾਰੀ ਆ। ਜਿਹੜਾ ਹੁਣ ਮੌਤਾਂ ਹੋ ਰਹੀਆਂ ਨਾ ਆਕਸੀਜਨ ਦੀ ਘਾਟ ਕਰਕੇ, ਉਹਨੂੰ ਉਹਨਾਂ ਨੇ ਨਾਂ ਦਿੱਤਾ ਨਰਸੰਹਾਰ, ਮਤਲਬ ਮਨੁੱਖੀ ਕਤਲੇਆਮ। ਬਹੁਤ ਵੱਡੀ ਗੱਲ ਆ। ਆਪਾਂ 84 ਨੂੰ ਲੈ ਕੇ ਹਜੇ ਤੱਕ ਕਹੀ ਆ ਰਹੇ ਨਾ ਵੀ ਉਹ ਕਤਲੇਆਮ ਸੀਗਾ। ਉਸ ਸ਼ਬਦ ਨੂੰ ਇਲਾਹਾਬਾਦ ਹਾਈ ਕੋਰਟ ਨੇ ਇਸ ਮਹਾਮਾਰੀ 'ਚ ਮਰ ਰਹੇ ਲੋਕਾਂ ਲਈ ਕੀਤਾ ਹੈ ਵੀ ਇਹ ਇਸ ਵੇਲੇ ਮਨੁੱਖੀ ਕਤਲੇਆਮ ਆ। ਕਿਉਂਕਿ ਰੱਬ ਦੀ ਮਰਜ਼ੀ ਨਹੀਂ, ਇਹ ਸਰਕਾਰਾਂ ਦੀ ਲਾਪਰਵਾਹੀ ਦਾ ਨਤੀਜਾ ਹੈ। ਲਾਪਰਵਾਹੀ ਪਹਿਲਾਂ ਤੋਂ ਪ੍ਰਬੰਧ ਨਾ ਕਰਨ ਕਰਕੇ ਆ। ਜੇ ਅਗਾਊਂ ਪ੍ਰਬੰਧ ਕੀਤੇ ਹੁੰਦੇ ਜਾਂ ਇੰਨੀਆਂ ਗੱਲਾਂ ਨਾ ਸੁਣਨੀਆਂ ਪੈਣੀਆਂ ਤਾਂ ਫਿਰ ਚੰਗੀ ਗੱਲ ਹੁੰਦੀ, ਪਹਿਲਾਂ ਹੀ ਇਹਦੇ ਲਈ ਪ੍ਰਬੰਧ ਕਰਕੇ ਰੱਖਦੇ। ਪਰ ਫਿਰ ਉੱਥੇ ਗੱਲ ਇਹ ਆ ਜਾਂਦੀ ਆ ਵੀ ਤੁਹਾਡੇ ਕੋਲ ਸਾਧਨ ਸਾਰੇ, ਜੇ ਆਮ ਬੰਦੇ, ਕੋਈ ਸਮਾਜ ਸੇਵੀ ਆ, ਕੋਈ ਗੁਰਦੁਆਰਾ ਸਾਹਿਬ ਆ, ਸਿੱਖ ਕੌਮ ਹੀ ਲਾ ਲਈਏ, ਜੇ ਉਹ ਆਕਸੀਜਨ ਦਾ ਪ੍ਰਬੰਧ ਕਰ ਸਕਦੇ ਆ ਜਿਨ੍ਹਾਂ ਕੋਲ ਕੋਈ ਸਾਧਨ ਨਹੀਂ, ਪਤਾ ਨਹੀਂ ਕਿੱਥੋਂ ਕਿੱਥੋਂ ਇਕੱਠੇ ਕਰਕੇ ਲੈ ਕੇ ਆਉਂਦੇ ਆ, ਕਾਰਾਂ ਗੱਡੀਆਂ ਟਰੱਕਾਂ ਦੇ ਵਿੱਚ, ਕਦੇ ਕੋਈ ਮੱਧ ਪ੍ਰਦੇਸ਼ ਤੋਂ ਲਈ ਆਉਣ ਡਿਆ ਆ, ਕੋਈ ਦੇਹਰਾਦੂਨ ਤੋਂ ਲਈ ਆਉਣ ਡਿਆ, ਕੋਈ ਕਲਕੱਤੇੋਂ, ਬਹੁਤ ਦੂਰੋਂ ਦੂਰੋਂ ਉਹ ਆਕਸੀਜਨ ਆਪਣੇ ਪੱਧਰ ਤੇ ਲੈ ਕੇ ਆ ਰਹੇ ਆ। ਆਪਣੇ ਆਤਮ ਨਿਰਭਰਤਾ ਦਿਖਾ ਲੈਂਦੇ ਵੀ ਅਸੀਂ ਇੰਨੇ ਜੋਗੇ ਹੈਗੇ, ਸਮਰੱਥ ਆ। ਤੇ ਸਰਕਾਰ ਕੋਲ ਤਾਂ ਸਾਧਨ ਹੀ ਬਹੁਤ ਆ, ਤੇ ਸਰਕਾਰ ਸਾਧਨਾਂ ਦੀ ਵਰਤੋਂ ਕਿਵੇਂ ਕਰਦੀ ਆ? ਦੇਖੋ, ਆਕਸੀਜਨ ਦੇ ਸਿਲੰਡਰ ਪਹੁੰਚਾਉਣੇ ਆ ਜਾਂ ਆਕਸੀਜਨ ਦੇ ਟੈਂਕਰ ਪਹੁੰਚਾਉਣੇ ਆ, ਤੇ ਪਹੁੰਚਾ ਕਾਚੇ ਰਹੇ ਆ ਗੱਡੀਆਂ 'ਚ, ਟ੍ਰੇਨਾਂ 'ਚ। ਮੰਨ ਲਓ ਟ੍ਰੇਨਾਂ 'ਚ ਵੀ ਜਾਣ ਦਿਓ, ਕੋਈ ਗੱਲ ਨਹੀਂ। ਹੁਣ ਦਿੱਲੀ ਇੱਕ ਗੱਡੀ ਆਈ ਸੀ 3-4 ਦਿਨ ਹੋਏ, ਉਹਦੇ ਵਿੱਚ 18-19 ਪਲੇਟਫਾਰਮਾਂ ਵਾਲੀ ਗੱਡੀ ਸੀਗੀ। ਜੇ ਡੱਬੇ ਹੁੰਦੇ ਉੱਤੋਂ ਲਾਏ ਹੁੰਦੇ ਆ, ਪਲੇਟਫਾਰਮ ਹੁੰਦੇ ਆ ਖਾਲੀ, ਜਿਹਦੇ ਟੈਂਕਰ ਚੜਾਏ ਹੁੰਦੇ ਆ। ਤੁਸੀਂ ਜੇ ਗੱਡੀ ਆਈ ਗਈ ਆ ਐਡੀ ਦੂਰੋਂ, ਤੇ ਉਹਦੇ ਤੇ ਘੱਟੋ ਘੱਟ 18 ਨਾ ਸੀ 10 ਹੀ ਟੈਂਕਰ ਰੱਖ ਦਿਓ। ਤੇ ਟੈਂਕਰ ਕਿੰਨੇ ਆਏ ਉੱਤੇ? ਸਾਰੇ 3। ਤੇ ਇਹਦਾ ਮਤਲਬ ਇਹ ਆ ਵੀ ਜਾਣ ਬੁੱਝ ਕੇ ਉਹ ਇੱਕ ਕੰਮ ਖਰਾਬ ਕਰ ਰਹੀ ਆ ਵੀ ਹਾਈ ਕੋਰਟ ਸਾਨੂੰ ਦਬ ਕੇ ਮਾਰੀ ਜਾਂਦੀ ਆ, ਸਾਨੂੰ ਕੀ ਪਰਵਾਹ ਆ? ਅਸੀਂ ਤਾਂ ਬੰਗਾਲ ਦੇਖਣਾ ਵੀ ਹਿੰਸਾ ਹੋ ਰਹੀ ਆ ਉੱਥੇ, ਤੇ ਸਾਨੂੰ ਤਾਂ ਉੱਥੇ ਚਿੰਤਾ ਵੀ ਬੀਜੇਪੀ ਵਾਲਿਆਂ ਦੇ ਬਹੁਤ ਹਮਲੇ ਹੋ ਗਏ ਆ, ਹਮਲੇ ਹੋਰਾਂ ਦੇ ਵੀ ਬਹੁਤ ਹੋ ਰਹੇ ਉੱਥੇ। ਚਲੋ ਮੈਂ ਉਧਰ ਬਾਅਦ 'ਚ ਜਾਊਂਗਾ। ਆਕਸੀਜਨ ਦੀ ਗੱਲ ਫੇਰ ਛੇੜਦਾ। ਟ੍ਰੇਨ ਦੇ ਉੱਤੇ ਆਕਸੀਜਨ ਭੇਜਣੀ ਆ ਤਾਂ ਮਤਲਬ ਐਮਰਜੈਂਸੀ ਟ੍ਰੇਨ ਆ ਉਹ ਇੱਕ ਐਂਡ ਤੋਂ ਸ਼ੁਰੂ ਹੋ ਕੇ ਦੂਜੀ ਐਂਡ ਤੱਕ ਬਿਨਾਂ ਰੋਕ ਤੋਂ ਚੱਲਣੀ ਚਾਹੀਦੀ। ਕਿਤੇ ਵੀ ਉਹਦਾ ਸਟਾਪੇਜ ਨਹੀਂ ਹੈਗਾ। ਇਸ ਦੇ ਬਾਵਜੂਦ ਵੀ ਉਹਨੂੰ ਦਿੱਲੀੋਂ ਛੱਤੀਸਗੜ੍ਹ ਪਹੁੰਚਦਿਆਂ 56 ਘੰਟੇ ਲੱਗ ਜਾਣ ਤੇ ਫਿਰ ਉਹ ਕਿਹਦੀ ਨਾਕਾਮੀ ਆ? ਫਿਰ ਉਸ ਤੋਂ ਬਾਅਦ ਹਵਾਈ ਸੇਵਾਵਾਂ ਸਾਰੀਆਂ ਬੰਦ ਆ, ਤੇ ਜਹਾਜ਼ ਨੂੰ ਕੀ ਜੰਗ ਲਾਉਣ ਲਈ ਰੱਖਿਆ? ਜਿਹੜੇ ਐਡੇ ਵੱਡੇ ਕਾਰਗੋ ਜਹਾਜ਼ ਰੱਖੇ ਆ ਉਹ ਜੰਗ ਲਾਉਣੇ ਆ, ਜਦੋਂ ਚੱਲਦੇ ਹੀ ਨਹੀਂ ਕਿਸੇ ਪਾਸੇ ਨੂੰ, ਦੁਨੀਆ ਠਹਿਰੀ ਪਈ ਆ, ਤੇ ਉਹ ਜਹਾਜ਼ਾਂ ਦੀ ਵਰਤੋਂ ਕਰਕੇ ਟੈਂਕਰ 2 ਘੰਟਿਆਂ 'ਚ ਪਹੁੰਚਦਾ, ਜਿਹੜਾ ਤੁਸੀਂ 56 ਘੰਟੇ 'ਚ ਪਹੁੰਚ ਰਹੇ। ਆਕਸੀਜਨ ਦੀ ਲੋੜ ਅੱਜ ਆ, ਤੁਹਾਡੀ ਟ੍ਰੇਨ ਆਕਸੀਜਨ ਲੈ ਕੇ ਤੀਜੇ ਦਿਨ ਚੌਥੇ ਦਿਨ ਪਹੁੰਚ ਰਹੀ ਆ, ਤੇ ਉਹਦਾ ਫਾਇਦਾ ਕੀ ਵੀ ਆਕਸੀਜਨ ਪਹੁੰਚਾਉਣ ਦਾ? ਫਿਰ ਨਾ ਹੀ ਪਹੁੰਚਾਓ, ਚੰਗੀ ਗੱਲ ਆ। ਇਹਦੇ ਵਿੱਚ ਮੈਂ ਤਾਂ ਹੀ ਸਮਾਜ ਸੇਵੀਆਂ ਦਾ ਨਾਲ ਵਿੱਚ ਰਹਿੰਦਾ ਵੀ ਗੁਰਦੁਆਰਾ ਸਾਹਿਬ ਬਹੁਤ ਵੱਡੀ ਪੱਧਰ ਤੇ ਹਰੇਕ ਥਾਂ ਤੇ ਮਦਦ ਕਰ ਰਹੇ ਆ। ਇਹਦੇ ਵਿੱਚ ਮੈਂ ਇੱਕ ਗੱਲ ਹੋਰ ਜੋੜ ਦਿੰਦਾ, ਹੈ ਤਾਂ ਆਊਟ ਆਫ ਦੀ ਵੇ ਜਾ ਕੇ ਆ, ਪਰ ਥੋੜੀ ਜਿਹੀ ਮਾਨਸਿਕਤਾ ਇੱਕ ਮੇਰੀ ਸੀਗੀ ਵੀ ਮੈਂ ਗੱਲ ਕਰਾਂ। ਇਹ ਸਮੇਂ ਦੀ ਇੱਕ ਸੰਜੋਗ ਕਹਿ ਲਓ ਜਾਂ ਵਿਡੰਬਣਾ ਹਿੰਦੀ ਭਾਸ਼ਾ ਦੀ ਹੁੰਦੀ ਆ ਵੀ ਇਹ ਉਹੀ ਗੁਰਦੁਆਰੇ ਆ ਜਿਨ੍ਹਾਂ ਨੂੰ ਕੁਝ ਲੋਕਾਂ ਨੇ ਅੱਜ ਤੋਂ 35-36 ਸਾਲ ਪਹਿਲਾਂ ਅੱਗਾਂ ਲਾਈਆਂ ਸੀ। ਅੱਜ ਉਹੀ ਗੁਰਦੁਆਰੇ ਇਹਨਾਂ ਲੋਕਾਂ ਨੂੰ ਬਿਨਾਂ ਕਿਸੇ ਭੇਦਭਾਵ ਦੇ ਸਾਹ ਦੇ ਰਹੇ ਆ, ਜ਼ਿੰਦਗੀ ਦੀ ਲੜੀ ਟੁੱਟਣ ਨਹੀਂ ਦੇ ਰਹੇ ਆ ਵੀ ਜ਼ਿੰਦਗੀ ਚੱਲਦੀ ਰਹੇ। ਇਹ ਮਨੁੱਖਤਾ ਦੀ ਭਲਾਈ ਜਿਹੜੀ ਆ, ਸੇਵਾ ਦੀ ਮਹਾਨਤਾ ਆ, ਉਹ ਇਸ ਕੌਮ ਤੋਂ ਜੇ ਸਿੱਖਣਾ ਚਾਹੀਦਾ ਤਾਂ ਇੱਥੋਂ ਹੀ ਸਿੱਖੀ ਜਾ ਸਕਦੀ ਆ। ਗੁਰਦੁਆਰਿਆਂ ਚੋਂ ਸੇਵਾ ਦੀ ਮਹਾਨਤਾ ਮਿਲਦੀ ਆ। ਸਮਾਜ ਸੇਵੀਆਂ ਦੀ ਗੱਲ ਕਰਦਾ ਸੀਗਾ ਸੋਨੂ ਸੂਦ, ਜਿੰਨਾ ਉਹ ਕੰਮ ਪਿਛਲੇ ਸਾਲ ਕਰ ਗਿਆ ਸੀ ਇਕੱਲਾ ਹੀ, ਜਿੰਨੀ ਉਹਦੀ ਬੱਲੇ ਬੱਲੀ ਸੈਲੀਬ੍ਰਿਟੀ ਵਜੋਂ ਨਹੀਂ ਹੋਈ ਹੋਣੀ, ਜਿੰਨੀ ਸਮਾਜ ਸੇਵੀ ਵਜੋਂ ਉਹ ਪ੍ਰਸਿੱਧ ਹੋ ਗਿਆ। ਮਸੀਹਾ ਕਹਿਣ ਲੱਗ ਪਏ ਸੀ ਲੋਕਾਂ ਨੂੰ, ਬਿਲਕੁਲ ਮਸੀਹਾ ਸਾਬਤ ਹੋਇਆ ਸੀਗਾ ਉਹ। ਮਜ਼ਦੂਰਾਂ ਦਾ ਕੀ, ਜਿੱਥੇ ਕਿਤੇ ਵੀ ਲੋਕ ਫਸੇ ਸੀਗੇ, ਜਿਹਨੇ ਵੀ ਉਹਦੇ ਵੱਲ ਹੈਲਪ ਲਈ ਹੱਥ ਵਧਾਇਆ ਨਾ, ਉਹਨੂੰ ਕਦੀ ਖਾਲੀ ਨਹੀਂ ਗਿਆ। ਉਹਦੀ ਆਪ ਦੀ ਵਰਡਿੰਗ ਸੀ, ਕੱਲ ਉਹਨੇ ਕਿਹਾ ਵੀ ਮੇਰੇ ਕੋਲ 24 ਘੰਟਿਆਂ ਦੇ ਵਿੱਚ 27,500 ਮੈਸੇਜ ਆਕਸੀਜਨ ਦੇ ਪ੍ਰਬੰਧ ਲਈ ਆ ਗਏ ਆ। ਹੁਣ ਜਿਹਨੂੰ ਪਤਾ ਵੀ ਮੇਰੇ ਲਈ ਇਹ ਪ੍ਰਬੰਧ ਕਰ ਸਕਦਾ ਤਾਂ ਉਹਨੂੰ ਲੋਕ ਕਰਨਗੇ। ਔਰ ਉਹ ਬੰਦਾ ਉਦੋਂ ਤੋਂ ਹੀ ਲੈ ਕੇ ਕਹਿੰਦਾ ਬੇਸ਼ੱਕ ਮੇਰੇ ਲਈ ਇਹ ਬਹੁਤ ਔਖਾ ਸੀਗਾ ਇੱਕ ਦਿਨ ਵਿੱਚ ਇੰਨੇ ਹੈਂਡਲ ਕਰਨਾ, ਫਿਰ ਵੀ ਉਹਨੇ ਟੀਮ ਐਡੀ ਵੱਡੀ ਬਣਾਈ ਹੋਈ ਆ ਵੀ ਉਹਨੇ ਦਿੱਲੀ ਦੇ ਵਿੱਚ ਵੀ ਬੰਦੇ ਲਾਤੇ, ਜਿੱਥੇ ਜਿੱਥੇ ਵੀ ਲੋੜ ਆਕਸੀਜਨ ਦੀ ਪੈਂਦੀ ਉੱਥੇ ਲਾ ਦਿੱਤੇ। ਪਰ ਜਦੋਂ ਫਿਰ ਉੱਥੇ ਗੱਲ ਆ ਜਾਂਦੀ ਆ ਵੀ ਇੱਕ ਬੰਦਾ ਜਿਹਨੂੰ 27,500 ਮੈਸੇਜ ਇੱਕ ਬੰਦੇ ਨੂੰ ਗਏ ਹੋਣ, ਤੇ ਤੁਸੀਂ ਹਿਸਾਬ ਲਾ ਲਓ ਵੀ ਸਰਕਾਰਾਂ ਦੇ ਮੰਤਰੀਆਂ ਨੂੰ ਕਿੰਨੇ ਜਾਂਦੇ ਹੋਣਗੇ, ਉਹਨਾਂ ਦਾ ਕੋਈ ਹਿਸਾਬ ਦੱਸਿਆ ਅੱਜ ਤੱਕ? ਤੇ ਜੇ ਜਾਂਦੇ ਵੀ ਆ ਤੇ ਉਹਦਾ ਤਾਂ ਕੋਈ ਅਮਲ ਨਹੀਂ। ਹੁਣ ਯੂਪੀ ਦੇ ਵਿੱਚ ਆਪਾਂ ਗੱਲ ਕੀਤੀ ਸੀ, ਇੱਕ ਬੰਦੇ ਨੇ ਆਪਣੇ ਪਿਓ ਲਈ ਆਕਸੀਜਨ ਦੇ ਸਿਲੰਡਰ ਵਾਸਤੇ ਟਵਿੱਟਰ ਤੇ ਪਾਤਾ ਵੀ ਮੈਨੂੰ ਆਕਸੀਜਨ ਦੀ ਲੋੜ ਆ, ਉਹਦੇ ਤੇ ਉਹ ਕੇਸ ਕਰਤਾ ਵੀ ਤੂੰ ਅਫਵਾਹ ਫੈਲਾ ਰਿਹਾ। ਉਹਦੇ ਕਰਕੇ ਸੁਪਰੀਮ ਕੋਰਟ ਨੂੰ ਕਹਿਣਾ ਪਿਆ ਵੀ ਸੋਸ਼ਲ ਮੀਡੀਆ ਅੱਗੇ ਅਸੀਂ ਜ਼ਰੂਰ ਇਹਦੇ ਤੇ ਕਾਰਵਾਈ ਕਰਦੇ ਸੀਗੇ ਵੀ ਇਹ ਅਫਵਾਹ ਫੈਲਾ ਰਿਹਾ, ਇਹਦੇ ਨਾਲ ਕੋਈ ਦੰਗੇ ਫੈਲ ਜਾਣਗੇ ਜਾਂ ਕੁਝ ਹੋਰ,
ਪਰ ਜਦੋਂ ਮੈਡੀਕਲ ਪੱਖੋਂ ਆਉਂਦਾ ਆ, ਜੇ ਕੋਈ ਤੁਹਾਡੇ ਸ਼ਿਕਾਇਤ ਕਰਦਾ ਆ ਸਰਕਾਰ ਦੀ ਜਾਂ ਕੋਈ ਚੀਜ਼ ਦੀ ਮੰਗ ਕਰਦਾ ਆ ਜੀ ਵੀ ਮੇਰੇ ਕੋਲ ਬੈੱਡ ਹੈ ਨਹੀਂ, ਹਸਪੀਟਲ ਦੇ ਵਿੱਚ ਮੈਨੂੰ ਜਗ੍ਹਾ ਨਹੀਂ ਮਿਲ ਰਹੀ, ਵੈਂਟੀਲੇਟਰ ਹੈ ਨਹੀਂ, ਆਕਸੀਜਨ ਹੈ ਨਹੀਂ, ਤੇ ਇਹਦੇ ਤੇ ਕਾਰਵਾਈ ਸਰਕਾਰ ਦੀ ਬਣਦੀ ਹੈ, ਜ਼ਰੂਰੀ ਕਰਨੀ। ਅਸੀਂ ਉਹਦੇ ਖਿਲਾਫ ਕੋਈ ਕਾਰਵਾਈ ਨਹੀਂ ਕਰਨ ਦਿਆਂਗੇ। ਜੇ ਸਰਕਾਰ ਨੇ ਕਾਰਵਾਈ ਕੀਤੀ ਤੇ ਉਹ ਅਦਾਲਤ ਦਾ ਹੱਤਕ ਸਮਝਿਆ ਜਾਊਗਾ। ਇਹੀ ਕੰਮ ਦਿੱਲੀ ਹਾਈ ਕੋਰਟ ਨੇ ਫਿਰ ਅੱਜ ਕਿਹਾ ਵੀ ਕਿਉਂ ਨਾ ਤੁਹਾਡੇ ਖਿਲਾਫ ਅਦਾਲਤ ਦੀ ਅਵਮਾਨਨਾ, ਅਦਾਲਤ ਦੀ ਹੁਕਮ ਦੀ ਉਲੰਘਣਾ ਦਾ ਕੇਸ ਕੀਤਾ ਜਾਵੇ। ਨੋਟਿਸ ਜਾਰੀ ਕਰਤਾ ਆ। ਉਹ ਡੈਡਲਾਈਨ ਵੀ ਦੇ ਹਟੀ ਆ, 2 ਦਿਨ ਹੋ ਗਏ ਡੈਡਲਾਈਨ ਦਿੰਦਿਆਂ ਨੂੰ ਵੀ ਅੱਜ ਰਾਤ ਤੱਕ ਪਹੁੰਚਣੇ ਚਾਹੀਦੇ ਆ, ਫੇਰ ਨਹੀਂ ਪਹੁੰਚ ਰਿਹਾ। ਸਗੋਂ ਜਾ ਕੇ ਆਪਦੇ ਤਰਫੋਂ ਉੱਥੇ ਪੇਸ਼ ਕਰ ਦਿੰਦੇ ਆ ਵੀ ਦੇਖੋ ਜੀ ਤੁਸੀਂ ਜਿਹੜਾ ਹੱਤਕ ਵਾਲੀ ਗੱਲ ਕਹੀ ਆ ਉਹ ਲਾ ਦਿਓ, ਤੇ ਤੁਹਾਨੂੰ ਹੱਤਕ ਦੀ ਚਿੰਤਾ ਜ਼ਿਆਦੇ ਆ। ਦੁਨੀਆ ਜਿਹੜੀ ਮਰ ਰਹੀ ਜਿਹਦੇ ਕਰਕੇ ਹਾਈ ਕੋਰਟ ਸਖਤ ਹੋਇਆ ਪਿਆ, ਜਿਹਦਾ ਹਾਈ ਕੋਰਟ ਤੁਹਾਨੂੰ ਲਾਂਤਾ ਬਾਰ-ਬਾਰ ਪਾ ਰਿਹਾ, ਉਹਦੀ ਪਰਵਾਹ ਹੈ ਨਹੀਂ ਤੇ ਸਾਡੇ ਉਹਦੇ ਹੱਤਕ ਦਾ ਕੇਸ ਕਿਉਂ ਚੱਲ ਗਿਆ। ਇਹੀ ਕੰਮ ਚੋਣ ਕਮਿਸ਼ਨ ਨੇ ਕੀਤਾ। ਮਦਰਾਸ ਦਾ ਹਾਈ ਕੋਰਟ ਨੇ ਤਾਂ ਕਿਹਾ ਸੀਗਾ ਵੀ ਇਹਦੇ ਤੇ ਕਤਲ ਦਾ ਮੁਕੱਦਮਾ ਚਲਾਇਆ ਜਾਵੇ, ਵਾਕਈ ਚੱਲਣਾ ਚਾਹੀਦਾ ਵੀ ਇਹ ਜ਼ਿੰਮੇਵਾਰ ਆ। ਤੇ ਮੀਡੀਆ 'ਚ ਫਿਰ ਜਦੋਂ ਉਹਨੂੰ ਕਤਲ ਕਹਿਣ ਲੱਗ ਪਏ ਤਾਂ ਚੋਣ ਕਮਿਸ਼ਨ ਵਿਚਾਰਾ ਅੱਗ ਬਬੂਲਾ ਹੋ ਗਿਆ। ਉਹ ਦੁਬਾਰਾ ਉਹਨੂੰ ਇਸ ਗੱਲ ਦੀ ਨਹੀਂ ਆਈ ਵੀ ਮੈਂ ਚਿੰਤਨ ਕਰਾਂ ਉਹਦੇ ਬਾਰੇ, ਮੈਂ ਆਪਣਾ ਸਵੈ ਪੜਚੋਲ ਕਰਾਂ ਵੀ ਮੇਰੀ ਕਿੱਥੇ ਗਲਤੀ ਰਹਿ ਗਈ, ਉਹਦੇ ਬਾਰੇ ਨਹੀਂ ਗਿਆ। ਉਦੋਂ ਉਧਰ ਹੋ ਸਮਾ ਕੇ ਉਹਦੀ ਅਪੀਲ ਕਰਨ ਚਲੇ ਗਿਆ ਵੀ ਮੀਡੀਆ ਸਾਨੂੰ ਕਾਤਲ ਕਹਿਣ ਲੱਗ ਪਿਆ ਵੀ ਇਹ ਸ਼ਬਦ ਤੁਸੀਂ ਹਟਾਓ। ਸੁਪਰੀਮ ਕੋਰਟ ਨੂੰ ਵੀ ਕਹਿ ਰਿਹਾ, ਸੁਪਰੀਮ ਕੋਰਟ ਕਹਿੰਦਾ ਦਵਾਈ ਜਿਹੜੀ ਆ ਨਾ ਕਈ ਵਾਰੀ ਕੌੜੀ ਸਮਝ ਕੇ ਪੀ ਲੈਣੀ ਚਾਹੀਦੀ ਆ ਵੀ ਜੋ ਤੁਸੀਂ ਕੰਮ ਕੀਤਾ ਵਾਕਈ ਇਹ ਤੁਹਾਡੇ ਇਸੇ ਲਾਇਕ ਹੀ ਸੀ। ਹੁਣ ਉਹ ਪਤਾ ਨਹੀਂ ਕਿਵੇਂ ਦਾਗ ਲਿੱਥਦਾ ਕਿਵੇਂ ਨਹੀਂ, ਪਰ ਇੱਕ ਕਿਸਮ ਦਾ ਬਦਨੁਮਾ ਦਾਗ ਜਿਹੜਾ ਚੋਣ ਕਮਿਸ਼ਨ ਤੇ ਮਦਰਾਸ ਹਾਈ ਕੋਰਟ ਦੀ ਤਰਫੋਂ ਲੱਗ ਗਿਆ। ਸੋ ਇੱਥੇ ਗੱਲ ਇੱਕ ਨਿਚੋੜ ਇਹ ਮੈਂ ਕੱਢਦਾ ਵੀ ਜੇ ਕੰਮ ਸਾਰਾ ਅਦਾਲਤਾਂ ਨੇ ਕਰਨਾ, ਜੇ ਕੰਮ ਸਾਰਾ ਸਮਾਜ ਸੇਵੀਆਂ ਨੇ ਕਰਨਾ, NGO ਨੇ ਕਰਨਾ, ਸੋਨੂ ਸੂਦ ਵਰਗਿਆਂ ਨੇ ਕਰਨਾ, ਤੇ ਫਿਰ ਸਰਕਾਰਾਂ ਨੂੰ ਬਣਾਉਣ ਦਾ ਕੀ ਫਾਇਦਾ। ਸਰਕਾਰਾਂ ਤਾਂ ਉੱਥੇ ਜਿੱਥੇ ਚੋਣਾਂ ਹੁੰਦੀਆਂ ਚਲ ਗਈਆਂ, ਬੰਗਾਲ ਦੇ ਵਿੱਚ ਸਾਰਾ ਕੁਝ ਨਿਬੜ ਗਿਆ। ਹੁਣ ਉੱਥੇ ਹਿੰਸਾ ਹੋ ਗਈ। ਦੇਖੋ ਬੰਗਾਲ ਦਾ ਇੱਕ ਪਰੰਪਰਾ ਰਹੀ ਆ, ਚੋਣਾਂ ਦੇ ਵਿੱਚ ਵੀ ਉਨੀ ਹਿੰਸਾ ਨਹੀਂ ਹੋਈ ਐਤਕੀ, ਬਚਾ ਰਹਿ ਗਿਆ ਜਿੰਨੀ ਆਮ ਉੱਥੇ ਹੁੰਦੀ ਆ, ਜਿੰਨੀ ਆਪਾਂ ਪਿਛਲੇ ਸਮਿਆਂ ਦੇ ਵਿੱਚ ਦੇਖਦੇ ਸੁਣਦੇ ਆਏ ਆ। ਕਿਉਂਕਿ ਪੰਚਾਇਤ ਚੋਣਾਂ ਵੀ ਹੋਣ ਤੇ ਉੱਥੇ ਵੱਡੀ ਪੱਧਰ ਤੇ ਹਿੰਸਾ ਹੋਈ ਜਾਂਦੀ ਹੈ, ਫਿਰ ਵੀ ਬਚਾ ਰਿਹਾ। ਅਵਤਾਰ ਜੀ ਆਪਾਂ ਬੰਗਾਲ ਵੱਲ ਥੋੜੀ ਦੇਰ ਰੁਕ ਕੇ ਜਾਣਾ ਸੀ। ਆਕਸੀਜਨ ਦੀ ਗੱਲ ਚੱਲ ਰਹੀ ਸੀ ਤੇ ਪੰਜਾਬ ਦੇ ਮੁੱਖ ਮੰਤਰੀ ਨੇ ਫਿਰ ਤੋਂ ਕਿਸੇ ਨੂੰ ਪੱਤਰ ਲਿਖਿਆ ਹੈ। ਬਿਲਕੁਲ ਜੀ, ਪੰਜਾਬ ਵਿੱਚ ਵੀ ਉਹੀ ਗੱਲ ਚੱਲ ਰਹੀ ਆ ਵੀ ਆਕਸੀਜਨ ਦੀ ਘਾਟ ਆ, ਸਾਡੇ ਕੋਲ ਥੋੜੇ ਰਹਿ ਗਈ ਆ। ਜਿੰਨੀ ਕੁ ਮੀਟ੍ਰਿਕ ਟਨ ਚਾਹੀਦੀ ਸੀ ਉਨੇ ਨਾਲੋਂ ਵੀ ਘਟਦੀ ਜਾ ਰਹੀ ਆ ਤੇ 50 ਮੀਟ੍ਰਿਕ ਟਨ ਹੋਰ ਮੰਗਾਈ ਆ। ਤਾਂ ਇੱਥੇ ਗੱਲ ਇਹ ਆਉਂਦੀ ਹੈ ਵੀ ਦਿੱਲੀ ਤਾਂ ਬਹੁਤ ਨੇੜੇ ਆ, ਉੱਥੇ ਹਜੇ ਤੱਕ ਨਹੀਂ ਪਹੁੰਚਾ ਸਕੇ ਉਹ। ਤੇ ਕੈਪਟਨ ਸਾਹਿਬ ਚਿੱਠੀ ਪੱਤਰ ਲਿਖ ਰਹੇ ਆ ਪ੍ਰਧਾਨ ਮੰਤਰੀ ਨੂੰ ਤੇ ਗ੍ਰਹਿ ਮੰਤਰੀ ਨੂੰ, ਤੇ ਪੰਜਾਬ ਆਉਂਦੇ ਆਉਂਦੇ ਕਿੰਨਾ ਸਮਾਂ ਲੱਗ ਜਾਊਗਾ, ਤੇ ਇਹ ਵੀ ਦੇਖਣ ਵਾਲੀ ਗੱਲ ਆ। ਇਸ ਵੇਲੇ ਬਾਕੀ ਗੱਲਾਂ ਦੇਖਦੇ ਆ ਇਸ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਪ੍ਰੋਗਰਾਮ 'ਚ ਫਿਰ ਤੋਂ ਸਵਾਗਤ ਕਰਦੇ ਹਾਂ। ਗੱਲਾਂ ਬਾਤਾਂ ਦਾ ਸਿਲਸਿਲਾ ਅੱਗੇ ਤੋੜਦੇ ਹਾਂ ਵੀ ਮੈਂ ਤੁਹਾਨੂੰ ਪਿੱਛੇ ਰੋਕਿਆ ਸੀ ਬੰਗਾਲ ਵੱਲ ਜਾਣ ਤੋਂ, ਤੇ ਹੁਣ ਬੰਗਾਲ ਦੀ ਗੱਲ ਕਰਦੇ ਹਾਂ। ਤੇ ਪ੍ਰਧਾਨ ਮੰਤਰੀ ਨੂੰ ਵੈਸੇ ਬੰਗਾਲ ਦੀ ਹਿੰਸਾ ਦੀ ਚਿੰਤਾ ਇੰਨੀ ਕਿਉਂ ਲੱਗ ਰਹੀ ਹੈ? ਬਿਲਕੁਲ ਜੀ, ਹੁਣ ਉੱਥੋਂ ਦੀ ਚਿੰਤਾ ਇਸ ਕਰਕੇ ਆ ਵੀ ਆਪਾਂ ਉੱਥੇ ਹਾਰ ਗਏ ਆ ਜੀ। ਹੁਣ ਉਹ ਬੰਗਾਲ ਦੇ ਵਿੱਚ ਮਮਤਾ ਦੀ ਜਿੱਤ ਜਿਹੜੀ ਆ ਉਹ ਪਚ ਨਹੀਂ ਰਹੀ ਜੀ, ਉਹ ਹਜ਼ਮ ਨਹੀਂ ਹੋ ਰਹੀ ਜੀ। ਖੈਰ ਉੱਥੋਂ ਦੀ ਪਰੰਪਰਾ ਮੈਂ ਤੁਹਾਨੂੰ ਦੱਸੇ ਹਟਿਆ ਪਏ, ਉੱਥੇ ਹਿੰਸਾ ਅਕਸਰ ਹੁੰਦੀ ਰਹਿੰਦੀ ਆ। ਅੱਗੇ ਤ੍ਰਿਣਮੂਲ ਵਰਸਸ ਖੱਬੇ ਪੱਖੀ ਹੁੰਦੇ ਸੀਗੇ ਜੀ, ਤੇ ਜੇ ਕੋਈ ਬੰਦਾ ਉੱਦਾਂ ਵੀ ਕਿਤੇ ਕੋਈ ਸਹਿਜ ਸੁਭਾਈ ਮਰ ਮੁਰ ਜਾਂਦਾ ਸੀ ਤਾਂ ਵੀ ਨਾ ਇੱਕ ਦੂਜੇ ਦੇ ਲੱਗਦੇ ਸੀਗੇ ਵੀ ਤ੍ਰਿਣਮੂਲ ਵਾਲਿਆਂ ਦਾ ਮਰ ਗਿਆ ਤਾਂ ਖੱਬੇ ਪੱਖੀ ਦਾ ਲੱਗਦਾ ਸੀ, ਖੱਬੇ ਪੱਖੀਆਂ ਦਾ ਕੋਈ ਹੋ ਜਾਂਦਾ ਸੀ ਤਾਂ ਤ੍ਰਿਣਮੂਲ ਦਾ ਲੱਗਦਾ ਸੀਗਾ ਜੀ। ਹੁਣ ਜਦੋਂ ਹਿੰਸਾ ਹੋ ਰਹੀ ਆ ਤੇ ਇਹਦੇ ਵਿੱਚ BJP ਵਾਲੇ ਕਹਿ ਰਹੇ ਆ ਵੀ ਸਾਡੇ ਬੰਦੇ ਤ੍ਰਿਣਮੂਲ ਵਾਲੇ ਮਾਰ ਰਹੇ ਆ, ਵੀ ਜਿਨ੍ਹਾਂ ਨੇ ਸਾਡੀਆਂ ਵੋਟਾਂ ਜਿਹੜੀਆਂ BJP ਵਾਲਿਆਂ ਨੂੰ ਪਾਈਆਂ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਤ੍ਰਿਣਮੂਲ ਵੱਲੋਂ ਜੀ। ਤ੍ਰਿਣਮੂਲ ਵਾਲੇ ਕਹਿ ਰਹੇ ਆ ਵੀ BJP ਹਾਰ ਦਾ ਠੀਕਰਾ ਫੋੜ ਰਹੀ ਆ, ਗੁੱਸਾ ਕਰ ਰਹੀ ਆ, ਜਾਣ ਕੇ ਹਿੰਸਾ ਫੈਲਾ ਰਹੀ ਆ ਜੀ। ਇਸ ਸਭ ਦੇ ਵਿੱਚ ਪ੍ਰਧਾਨ ਮੰਤਰੀ ਬਹੁਤ ਚਿੰਤਤ ਆ। ਇਹ ਇੰਨਾ ਨੇੜਿਓਂ ਜਾਂ ਇੰਨਾ ਬਹੁਤ ਗੰਭੀਰਤਾ ਨਾਲ ਬੰਗਾਲ ਨੂੰ ਕਿਉਂ ਲੈ ਰਹੇ ਆ? ਕਿਉਂਕਿ ਹਿੰਸਾ ਦੇ ਵਿੱਚ ਆਪਾਂ ਦੇਖੀਏ ਵੈਸੇ ਲੋਕਤੰਤਰ 'ਚ ਹਿੰਸਾ ਦੀ ਜਗ੍ਹਾ ਨਹੀਂ ਹੋਣੀ ਚਾਹੀਦੀ ਕਿਤੇ ਵੀ, ਇਹਨੂੰ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਪਰ ਜਦੋਂ ਕਿਤੇ ਆਕਸੀਜਨ ਤੋਂ ਬਿਨਾਂ ਹਸਪੀਟਲਾਂ ਦੇ ਵਿੱਚ ਪਤਾ ਨਹੀਂ ਕਿੰਨੇ ਕੁ ਬੰਦੇ ਮਰ ਗਏ, ਮੈਨੂੰ ਨਹੀਂ ਲੱਗਦਾ ਪ੍ਰਧਾਨ ਮੰਤਰੀ ਸਾਹਿਬ ਨੇ ਕਿਸੇ ਉਸ ਸਟੇਟ ਦੇ ਰਾਜਪਾਲ ਨੂੰ ਫੋਨ ਕੀਤਾ ਵੀ ਭਾਈ ਆਕਸੀਜਨ ਦੀ ਕੀ ਪੋਜੀਸ਼ਨ ਆ, ਇਹ ਹੋਇਆ ਤਾਂ ਕਿਉਂ ਹੋਇਆ, ਇਹਦੀ ਜਾਂਚ ਕਰਕੇ ਮੈਨੂੰ ਰਿਪੋਰਟ ਅੱਜ ਹੀ ਚਾਹੀਦੀ ਆ ਵੀ ਹਸਪੀਟਲ ਦੀ ਕਿਤੇ ਲਾਪਰਵਾਹੀ ਹੋਈ ਆ, ਅਣਗਹਿਲੀ ਹੋਈ ਆ, ਜਾਂ ਵਾਕਈ ਆਕਸੀਜਨ ਦੀ ਘਾਟ ਆ। ਜੇ ਘਾਟ ਆ ਤਾਂ ਉਹਦੇ ਲਈ ਪ੍ਰਬੰਧ ਕਰੋ। ਇਦਾਂ ਦੀ ਗੱਲ ਸੁਣਨ 'ਚ ਨਹੀਂ ਆਈ। ਤੇ ਉਧਰ ਤਾਂ ਉਹਨਾਂ ਨੇ ਮੰਗ ਲਈ ਰਾਜਪਾਲ ਕੋਲੋਂ ਰਿਪੋਰਟ। ਦੇਖੋ ਉਹਨਾਂ ਨੇ ਫਟਾਫਟ ਫੋਨ ਕੀਤਾ, ਪ੍ਰਧਾਨ ਸਾਹਿਬ ਪਹੁੰਚ ਗਏ ਉੱਥੇ ਫਟਾਫਟ, JP ਨੱਡਾ ਸਾਹਿਬ ਉੱਥੇ ਵੀ ਆਹ ਹੋ ਗਿਆ ਜੀ, ਇੱਦਾਂ ਕਰ ਲਾਂਗੇ, ਐਂ ਕਰ ਲਾਂਗੇ, ਬਹੁਤ ਅਨਪ੍ਰੈਸੀਡੈਂਟਡ ਸਥਿਤੀ ਆ ਜੀ, ਇਨਟੋਲਰੈਂਸ ਬਹੁਤ ਜ਼ਿਆਦਾ ਵੱਧ ਗਈ ਆ ਜੀ, ਫਲਾਨਾ ਢਿਮਕੜਾ, ਬਹੁਤ ਕੁਝ ਕਰਤਾ ਜੀ ਇਹਨਾਂ ਨੇ। ਇਹਨੂੰ ਇੰਨੀ ਗੰਭੀਰਤਾ ਨਾਲ ਕਿਉਂ ਲੈ ਰਹੇ ਆ? ਕਿਉਂਕਿ ਬੰਗਾਲ ਦਾ ਰਾਜ ਜਿਹੜਾ ਇਹਨਾਂ ਤੋਂ ਖੁੱਸ ਗਿਆ।
ਗੁੱਸਾ ਜ਼ਰੂਰ ਹੈਗਾ ਹੈ, ਇਹ 'ਚ ਕੋਈ ਸ਼ੱਕ ਨਹੀਂ, ਕਿਉਂਕਿ ਪੂਰਾ ਜ਼ੋਰ ਲਾਤਾ ਸੀਗਾ। ਇੱਕ ਪ੍ਰਧਾਨ ਮੰਤਰੀ ਨੇ ਇੱਕ ਮੁੱਖ ਮੰਤਰੀ ਨੂੰ ਹਰਾਉਣ ਲਈ ਜੀ ਆਪਣੇ ਪੱਧਰ ਤੇ ਜ਼ੋਰ ਲਾਇਆ, ਜੋ ਬਾਕੀ ਸਾਰਾ ਜ਼ੋਰ ਲੱਗਾ ਸੀਗਾ ਉਹ ਸਾਰਿਆਂ ਸਾਹਮਣੇ ਸੀਗਾ। ਬਾਵਜੂਦ ਇਸ ਦੇ ਲੋਕਾਂ ਨੇ ਉੱਥੇ ਇਹਨਾਂ ਨੂੰ ਮੂੰਹ ਨਹੀਂ ਲਾਇਆ, ਨਕਾਰ ਦਿੱਤਾ। ਜੀ ਮੁੱਖ ਮੰਤਰੀ ਮਮਤਾ ਬੈਨਰਜੀ ਤੀਜੀ ਵਾਰ ਬਣ ਗਈ, ਸਹੁੰ ਚੁੱਕ ਲਈ ਜੀ। ਤੇ ਪ੍ਰਧਾਨ ਮੰਤਰੀ ਸਾਹਿਬ ਦਾ ਇੱਕ ਵਾਰੀ ਹੋਰ ਸਵਾਲ ਇਹ ਉੱਠਦਾ ਕਿ ਜਦੋਂ ਚੋਣਾਂ ਦੇ ਗੇੜ ਦੌਰਾਨ ਉੱਥੇ ਸੀਤਲ ਗੁੱਚੀ ਨਾਂ ਦਾ ਇੱਕ ਇਲਾਕਾ ਆ ਜੀ, ਉੱਥੇ CISF ਗੋਲੀ ਚਲਾਉਂਦੀ ਆ ਜੀ ਤੇ ਉਹਦੇ ਵਿੱਚ 4-5 ਬੰਦੇ ਮਰ ਜਾਂਦੇ ਆ ਜੀ, ਉਦੋਂ ਨਹੀਂ ਪ੍ਰਧਾਨ ਮੰਤਰੀ ਹੋਰਾਂ ਨੇ ਫੋਨ ਕਰਕੇ ਰਿਪੋਰਟ ਲਈ ਜੀ। ਉਦੋਂ ਤਾਂ ਇਹਨਾਂ ਦਾ ਆਪਣਾ ਸੀ, ਉੱਥੇ ਚੋਣ ਕਮਿਸ਼ਨ ਦਾ ਰਾਜ ਸੀਗਾ ਜੀ, ਰਾਜ ਸਰਕਾਰ ਦਾ ਤਾਂ ਕੋਈ ਵੀ ਨਹੀਂ ਸੀ, ਚੋਣ ਕਮਿਸ਼ਨ ਸੀਗਾ ਜਾਂ ਰਾਜਪਾਲ ਸੀ। ਜੀ ਚੰਗਾ ਹੁੰਦਾ ਜੇ ਉਦੋਂ ਵੀ ਉੱਥੇ ਫੋਨ ਕਰਕੇ ਕਹਿੰਦੇ ਭਾਈ ਇਹ ਹੋਇਆ ਤਾਂ ਹੋਇਆ ਕਿੱਦਾਂ, ਜੀ ਚੋਣਾਂ ਹੋ ਰਹੀਆਂ, ਵੋਟਾਂ ਪੈ ਰਹੀਆਂ, ਇਸ ਦੌਰਾਨ ਗੋਲੀ ਚੱਲਦੀ ਆ ਤੇ ਇਹਦੇ ਫਰਜ਼ ਜਿੰਨਾ ਹੁਣ ਬਣਦਾ ਨਾ ਜੀ ਉਨਾ ਹੀ ਉਦੋਂ ਵੀ ਬਣਦਾ ਸੀਗਾ। ਜੀ ਤੇ ਇਸ ਗੱਲ ਨੂੰ ਵੀ ਹੋਰ ਚੰਗਾ ਹੁੰਦਾ ਜੇ ਬਾਕੀ ਸੂਬਿਆਂ ਦੇ ਨਾਲੋਂ ਦਿੱਲੀ ਵਿੱਚ ਹੀ ਜਿਹੜੇ ਲੋਕ ਮਰ ਰਹੇ ਆ ਆਕਸੀਜਨ ਤੋਂ ਬਿਨਾਂ, ਉਹਨਾਂ ਦਾ ਵੀ ਹਾਲ ਚਾਲ ਕਿਤੇ ਕੇਜਰੀਵਾਲ ਨੂੰ ਜਾਂ LG ਨੂੰ ਪੁੱਛ ਲੈਂਦੇ ਫੋਨ ਕਰਕੇ ਵੀ ਆਹ ਜਿਹੜੀ ਸਥਿਤੀ ਮੈਨੂੰ ਭਿਆਨਕ ਦਿਸ ਰਹੀ ਆ, ਜੋ ਲਾਸ਼ਾਂ ਦੀਆਂ ਲਾਈਨਾਂ ਸ਼ਮਸ਼ਾਨ ਘਾਟ ਦੇ ਬਾਹਰ ਲੱਗੀਆਂ ਆ, ਇਹ ਕਿਉਂ ਲੱਗੀਆਂ ਆ, ਇਹਦੇ ਬਾਰੇ ਪ੍ਰਬੰਧ ਕੀ ਆ, ਮੈਨੂੰ ਦੱਸੋ ਫਟਾਫਟ ਇਹਦੇ। ਜੀ ਇਹੋ ਜਿਹੀ ਗੱਲ ਕਹਿੰਦੇ ਨੇ, ਮਤਲਬ ਇਹ ਆ ਵੀ ਹਰ ਪਾਸੇ ਸਿਆਸਤ ਦਾ ਹੀ ਬੋਲਬਾਲਾ, ਸਿਆਸਤ ਹੀ ਭਾਰੂ ਰੱਖੀ ਆ ਵੀ ਸਾਡੇ ਕੋਲੋਂ ਰਾਜ ਉਹ ਖੁੱਸ ਗਿਆ ਤੇ ਕਿਉਂ ਖੁੱਸ ਗਿਆ, ਇਹ ਹਜਮ ਕਰਨਾ ਪਊਗਾ। ਹੁਣ 4-5 ਸਾਲ ਤੱਕ ਕਿਤੇ ਗਏ ਨਹੀਂ, ਅਜੇ ਵੀ ਮੈਂ ਇਹ ਕਹਿਣਾ ਵੀ ਬੇਸ਼ੱਕ ਮਮਤਾ ਉੱਥੇ ਬਹੁਤ ਵੱਡੇ ਮਾਰਜਨ ਨਾਲ ਜਿੱਤ ਗਈ ਆ, ਬਹੁਤ ਵਿਰਾਟ ਉਹਨੂੰ ਮਿਲ ਗਿਆ ਆ ਇੱਕ ਮੈਂਡੇਟ, ਪਰ ਉਹਦਾ ਜਿਹੜਾ ਟਕਰਾਅ ਆ ਨਾ ਉਹ 2024 ਤੱਕ ਉਹਨੂੰ ਇਦਾਂ ਹੀ ਚੱਲਣਾ ਪੈਣਾ। ਪਤਾ ਨਹੀਂ 24 ਤੋਂ ਬਾਅਦ ਕੀ ਸਥਿਤੀ ਬਣਦੀ ਆ, ਮੈਂ ਇਹ ਨਹੀਂ ਕਹੂੰਗਾ ਵੀ ਸ਼ਾਇਦ ਇਹ ਰਿਪੀਟ ਹੋਵੇ ਜਾਂ ਹੋਰ ਆ ਜਾਊਗੇ, ਪਰ ਫਿਲਹਾਲ 24 ਤੱਕ ਤਾਂ ਇਹੀ ਸਰਕਾਰ ਆ ਤੇ ਇਹਦਾ ਟਕਰਾਅ ਉਹਨੂੰ ਮਮਤਾ ਨੂੰ ਚੱਲਣਾ ਪੈਣਾ। ਪਰ ਉਹ ਵੀ ਡਾਢੀ ਆ, ਉਹਨੂੰ ਵੀ ਪਤਾ ਵੀ ਮੈਂ ਕਿੱਦਾਂ ਚੱਲਣਾ, ਇਸ ਕਰਕੇ ਉਹਨੇ ਕੱਲ ਕਿਹਾ ਸੀਗਾ ਵੀ ਮੈਨੂੰ ਪਹਿਲਾਂ ਸਹੁੰ ਚੁੱਕ ਲੈਣ ਦਿਓ, ਉਸ ਤੋਂ ਬਾਅਦ ਫਿਰ ਮੈਂ ਦੇਖਦੀ ਕੀ ਕਰਨਾ। ਵੈਸੇ ਉਹਨੇ ਚੀਫ ਸੈਕਟਰੀ ਵੀ ਬੁਲਾ ਲਿਆ ਸੀਗਾ, DG ਵੀ ਤਲਬ ਕਰ ਲਿਆ ਸੀਗਾ, ਲੋਕਾਂ ਨੂੰ ਵੀ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਸੀਗੀ। ਉੱਥੇ ਇਹ ਗੱਲ ਨਹੀਂ ਹੈਗੀ ਵੀ ਤੁਹਾਡਾ ਫਲਾਣੇ ਬੰਦੇ ਨੇ ਕਿਹਨੂੰ ਵੋਟ ਪਾਈ ਆ, ਫਲਾਣੇ ਨੇ ਮੈਨੂੰ ਪਾਈ ਆ, ਇਸ ਗੱਲ ਦਾ ਉੱਥੇ ਜ਼ਿਕਰ ਉਹਨੂੰ ਮਮਤਾ ਦੇ ਜ਼ਿਹਨ 'ਚ ਨਹੀਂ ਹੋਊਗਾ ਜਿੱਥੋਂ ਤੱਕ ਉਹ ਗਰਾਊਂਡ ਲੈਵਲ ਦੀ ਹੈਗੀ ਆ। ਦੂਜੇ ਪਾਸੇ ਜ਼ਰੂਰ ਇਹ ਹੋਊਗਾ ਵੀ ਯਾਰ ਸਾਡੇ ਹੱਥੋਂ ਇੰਨਾ ਜ਼ੋਰ ਲੱਗਣ ਦੇ ਬਾਵਜੂਦ ਨਿਕਲ ਗਈ ਆ ਤੇ ਕੁਝ ਨਾ ਕੁਝ ਗੁੱਸਾ ਹੁੰਦਾ ਆ, ਤੇ ਗੁੱਸਾ ਤੇ ਨਾਲ ਜਿਹੜਾ ਆ ਹਾਰਨ ਦਾ ਜਿਹੜਾ ਗਮ ਆ, ਇਹ ਦੋਨੇ ਨਾਲ ਨਾਲ ਚੱਲ ਰਿਹਾ। ਤੇ ਪ੍ਰਧਾਨ ਮੰਤਰੀ ਜਿਹੜਾ ਉਹਨੂੰ ਇਹ ਸੋਚਣਾ ਚਾਹੀਦਾ ਮੈਂ ਇੱਕ ਸੂਬੇ ਦਾ ਨਹੀਂ ਹੈ, ਦੋ ਸੂਬਿਆਂ ਦਾ ਨਹੀਂ ਹੈਗਾ। ਪ੍ਰਧਾਨ ਮੰਤਰੀ ਜਿਹੜੇ ਹੁੰਦੇ ਆ ਉਹ ਪੂਰੇ ਦੇਸ਼ ਲਈ ਹੁੰਦੇ ਆ, ਉਹਨੂੰ ਸਾਰੇ ਦੇਸ਼ ਲਈ ਚਿੰਤਾ ਕਰਨੀ ਚਾਹੀਦੀ ਆ, ਨਾ ਕਿ ਇੱਕ ਸੂਬੇ ਲਈ। ਤੇ ਇਸ ਵੇਲੇ ਮੈਨੂੰ ਲੱਗਦਾ ਕਿ ਪ੍ਰਧਾਨ ਮੰਤਰੀ ਦੇਸ਼ ਦੀ ਚਿੰਤਾ ਛੱਡ ਕੇ ਆਪਣੇ ਘਰ ਦੀ ਚਿੰਤਾ ਕਰ ਰਹੇ ਨੇ ਜੀ, ਤੇ ਉਹ ਕਿਹੜਾ ਮਾਮਲਾ ਹੈ? ਬਿਲਕੁਲ, ਉਹ ਬੜਾ ਵਧੀਆ ਸੀਗਾ। ਹਾਈ ਕੋਰਟ ਦਾ ਹੀ ਇੱਕ ਉਹਨੇ ਲਫ਼ਜ਼ ਵਰਤਣਾ ਸੀਗਾ ਤੇ ਜਦੋਂ ਪੰਜਾਬ ਹਾਈ ਕੋਰਟ ਨੇ ਜਿਹੜੀ ਸਿੱਟ ਰੱਦ ਕੀਤੀ ਸੀਗੀ ਨਾ ਕੋਟਕਪੂਰਾ ਗੋਲੀ ਕਾਂਡ ਦੇ ਵਿੱਚ, ਉਹਦੇ ਵਿੱਚ ਇੱਕ ਗੱਲ ਆਈ ਸੀਗੀ ਕਿ ਰਾਤ ਵੇਲੇ ਮੁੱਖ ਮੰਤਰੀ ਨੇ DGP ਨਾਲ ਫੋਨ ਤੇ ਗੱਲਬਾਤ ਕਰਕੇ ਰਿਕਾਰਡਿੰਗ ਉਹਦੀ ਉਹਨਾਂ ਕੋਲ ਹੋਊਗੀ, ਜੋ ਵੀ ਸਿੱਟ ਨੇ ਜੋ ਰਿਪੋਰਟ ਪੇਸ਼ ਕੀਤੀ ਆ, ਵੀ ਉਹਨੇ ਜਾਇਜ਼ਾ ਲਿਆ ਵੀ ਸਥਿਤੀ ਕੀ ਆ। ਉਹਦੇ ਤੇ ਟਿੱਪਣੀ ਹਾਈ ਕੋਰਟ ਨੇ ਕੀਤੀ ਸੀ ਕਿ ਜੇ ਮੁੱਖ ਮੰਤਰੀ DGP ਨੂੰ ਫੋਨ ਨਾ ਕਰਦਾ ਨਾ ਤੇ ਇੱਥੇ ਲੋਕਾਂ ਨੇ ਪਤਾ ਕੀ ਕਹਿਣਾ ਸੀ, ਰੋਮ ਸੜ ਰਿਹਾ ਸੀਗਾ ਤੇ ਨੀਰੋ ਬੰਸਰੀ ਵਜਾ ਰਿਹਾ ਸੀਗਾ, ਤੇ ਦੂਜੇ ਪਾਸੇ ਕਹਿ ਦੇਣਾ ਸੀਗਾ ਇਹ ਹਾਲ ਇੱਥੇ ਆ। ਹੁਣ ਇੱਥੇ ਆਪਾਂ ਕਹਿੰਦੇ ਨੇ ਵੀ ਰੋਮ ਵਾਕਈ ਸੜ ਰਿਹਾ ਤੇ ਆਪਾਂ ਆਪਣੇ ਘਰ ਵੱਲ ਨੂੰ ਤਰਜੀਹ ਦੇ ਰਹੇ ਹਾਂ ਵੀ ਸਾਡਾ ਘਰ ਜਿਹੜਾ ਆ 13-14 ਹਜ਼ਾਰ ਕਰੋੜ ਚ ਬਣ ਰਿਹਾ, ਬਹੁਤ ਵੱਡਾ ਭਵਨ, ਜਿਹਦੇ ਵਿੱਚ ਸੰਸਦ ਭਵਨ ਵੀ ਹੈਗਾ, ਵਿਸਟਾ ਪ੍ਰੋਜੈਕਟ ਆ ਜਿਹਨੂੰ ਨਾਂ ਦਿੱਤਾ ਗਿਆ ਆ। ਉਹ ਇਸ ਪੈਂਡੇਮਿਕ ਦੌਰਾਨ ਹੀ ਪਿਛਲੀ ਵਾਰੀ ਜਦੋਂ ਪਹਿਲੀ ਲਹਿਰ ਸੀਗੀ ਉਦੋਂ ਉਹਦਾ ਉਦਘਾਟਨ ਕੀਤਾ, ਬਕਾਇਦਾ ਵਿਧੀਵਤ ਪੂਜਨ ਕੀਤੀ ਗਈ, ਚਲੋ ਸਾਰਾ ਕੁਝ ਹੋ ਗਿਆ ਸੀ। ਆਹ ਦੌਰ ਜਿਹੜਾ ਆ ਇਹ ਉਸ ਦੌਰ ਨਾਲੋਂ ਬਹੁਤ ਭਿਆਨਕ ਆ ਤੇ ਇਹਦੇ ਬਾਰੇ ਥੋੜੀ ਜਿਹੀ ਸੰਜੀਦਾ ਸਥਿਤੀ ਜ਼ਰੂਰ ਹੋਣੀ ਚਾਹੀਦੀ ਆ। ਦੇਖੋ ਘਰ ਵਿੱਚ ਵੀ ਆਪਾਂ ਮੰਨ ਲਓ ਕਿਸੇ ਰਿਸ਼ਤੇਦਾਰ ਦੇ ਵਿੱਚ ਕੋਈ ਇਹੋ ਜਿਹੀ ਗੱਲ ਹਬੀ ਨਬੀ ਹੋ ਜਾਂਦੀ ਆ, ਜਾਂ ਕਿਸੇ ਰਿਸ਼ਤੇਦਾਰ ਦੇ ਵਿੱਚ ਦੂਰ ਨਾ ਜਾਈਏ ਤਾਂ ਆਂਢ ਗੁਆਂਢ ਦੇ ਵਿੱਚ ਵੀ ਕੋਈ ਇਹੋ ਜਿਹੀ ਡੈਥ ਹੋ ਜਾਂਦੀ ਹੈ ਨਾ, ਤੇ ਆਪਣੇ ਮਨ 'ਚ ਵੀ ਇੱਕ ਆ ਜਾਂਦੀ ਗੱਲ ਵੀ ਆਪਾਂ ਯਾਰ ਆਹ ਨੇੜੇ ਤੇੜੇ ਸਮਾਗਮ ਰੱਖਿਆ, ਕੋਈ ਵੀ ਵਿਆਹ ਰੱਖਿਆ ਆ ਜਾਂ ਕੋਈ ਜਨਮ ਦਿਨ ਦਾ ਸਮਾਗਮ ਆ ਜਾਂ ਕੋਈ ਹੋਰ ਆ, ਵੀ ਜੇ ਮਜਬੂਰੀ ਨਹੀਂ ਆ ਤਾਂ ਆਪਾਂ ਇਹਨੂੰ ਥੋੜਾ ਟਾਲ ਦਈਏ। ਬਿਲਕੁਲ, ਜੇ ਮਜਬੂਰੀ ਆ ਫਿਰ ਵੱਖਰੀ ਗੱਲ ਆ, ਅਗਲੇ ਨੂੰ ਜਾ ਕੇ ਇਹ ਉਹਨੂੰ ਵੀ ਪੈਸੀਫਾਈ ਕਰਨ ਦੀ ਕੋਸ਼ਿਸ਼ ਕਰਦੇ ਆ ਵੀ ਯਾਰ ਮੈਂ ਤੁਹਾਡੇ ਸ਼ਰੀਕ ਆ ਪੂਰਾ ਇਸ ਦੁੱਖ ਦੀ ਘੜੀ 'ਚ, ਪਰ ਸਾਡੀ ਮਜਬੂਰੀ ਆ ਵੀ ਮੈਨੂੰ ਇਹ ਪ੍ਰੋਗਰਾਮ ਕਰਨਾ ਪੈਣਾ। ਤੇ ਉਹਦੇ ਵਿੱਚ ਅਗਲਾ ਵੀ ਕਹਿ ਦਿੰਦਾ ਵੀ ਕੋਈ ਗੱਲ ਨਹੀਂ ਯਾਰ, ਜਿਹੜਾ ਬੰਦਾ ਜਾਣਾ ਸੀ ਚਲੇ ਗਿਆ, ਵੀ ਹੁਣ ਆਪਾਂ ਪ੍ਰੋਗਰਾਮ ਤੇ ਦੁਨੀਆ ਕੰਮ ਤਾਂ ਰੁਕਣੇ ਨਹੀਂ ਹੈਗੇ, ਇੰਨੀ ਦੁਨੀਆ ਮਰ ਰਹੀ, ਕੋਈ ਅੰਤ ਨਹੀਂ, ਪਤਾ ਨਹੀਂ ਹੋਰ ਕਿੰਨਾ ਕੁ ਹੋਰ ਭਿਆਨਕ ਸਮਾਂ ਆਉਣਾ, ਸ਼ਮਸ਼ਾਨ ਘਾਟਾਂ ਦੇ ਵਿੱਚ ਜਗ੍ਹਾ ਨਹੀਂ ਮਿਲ ਰਹੀ ਸੰਸਕਾਰ ਲਈ, ਤੇ ਸਾਨੂੰ ਕੀ
ਅਸੀਂ ਤਾਂ ਆਪਣਾ ਇੱਕ ਡੈਡਲਾਈਨ ਦੇਤੀ ਵਾ, ਇੰਨੇ ਚਿਰ ਦੇ ਵਿੱਚ ਸਾਡਾ ਭਵਨ ਤਿਆਰ ਹੋਣਾ ਚਾਹੀਦਾ ਜੀ। ਤੇ ਜਦੋਂ ਫਿਰ ਵਿਰੋਧੀ ਆਵਾਜ਼ ਉਠਾਉਂਦੇ ਆ ਤੇ ਫਿਰ ਕਹਿੰਦੇ ਵੀ ਨਹੀਂ ਇਹ ਚੰਗਾ ਕੰਮ ਹੁੰਦਾ ਦੇਖ ਕੇ ਜਰਦੇ ਨਹੀਂ। ਜੀ ਚੰਗਾ ਕੰਮ ਹੋਣਾ ਚਾਹੀਦਾ। ਹੁਣ 5G ਦਾ ਵੀ ਰੌਲਾ ਪੈਂਦਾ, ਉਹ 5G ਨੂੰ ਵੀ ਮਨਜ਼ੂਰੀ ਦੇਤੀ ਇਹਨਾਂ ਨੇ, ਜੀ ਉਹ ਵੀ ਸੋਸ਼ਲ ਮੀਡੀਆ ਤੇ ਆ ਰਿਹਾ। ਜੀ ਖੈਰ ਉਹ ਟੈਕਨੋਲੋਜੀ ਆ, ਜੀ ਇੰਡੀਆ ਨੂੰ ਜੇ ਤਰੱਕੀ ਕਰਨੀ ਆ ਤਾਂ ਨਵੀਂ ਤੋਂ ਨਵੀਂ ਟੈਕਨੋਲੋਜੀ ਲੈਣੀ ਪਊਗੀ। ਜੀ। ਇਹ ਨਹੀਂ ਪਈ ਆਪਾਂ ਇੱਕ ਥਾਂ ਤੇ ਬਹਿ ਜਾਵਾਂਗੇ ਵਿੱਚ 2G 10-15 ਸਾਲ ਦਾ ਚੱਲਣ ਡਿਆ ਤਾਂ ਉਹੀ ਲੈ ਕੇ ਬੈਠੇ ਰਹੋ। ਜੀ 2G ਤੋਂ ਬਾਅਦ 3 ਆ ਗਿਆ, 4 ਆ ਗਿਆ, 5 ਆ ਗਿਆ। ਜਾਪਾਨ ਤਾਂ ਇਹ ਤੋਂ ਵੀ ਕਹਾਂ ਕਿਤੇ ਲੰਘ ਗਿਆ। ਜੀ ਪਰ ਇਹਦੇ ਸਾਰੇ ਦੇ ਵਿੱਚ ਮਾਹੌਲ ਦੇਖਣਾ ਚਾਹੀਦਾ ਜੀ ਵੀ ਇਸ ਵੇਲੇ ਮਾਹੌਲ ਕਿਦਾਂ ਦਾ ਆ। ਮੈਂ ਉਹੀ ਘਰ ਦੇ ਤੋਂ ਸ਼ੁਰੂ ਕੀਤੀ ਵੀ ਗੁਆਂਢ ਦੇ ਵਿੱਚ ਇਹੋ ਜਿਹੀ ਗੱਲ ਹੋ ਜਾਏ ਤੇ ਆਪਾਂ ਟਾਲਣ ਦੀ ਕੋਸ਼ਿਸ਼ ਕਰੀਦੀ ਵੀ ਇਦਾਂ ਦੇ ਖੁਸ਼ੀ ਵਾਲਾ ਮਾਹੌਲ ਹੋਣ ਜੱਚਦਾ ਨਹੀਂ। ਜੀ ਤੇ ਜਦੋਂ ਆਪਾਂ ਸਾਰੇ ਦੇਸ਼ ਦੀ ਗੱਲ ਕਰੀਏ, ਲਾਸ਼ਾਂ ਦੇ ਢੇਰ ਲੱਗੇ ਪਏ ਆ ਜੀ ਤੇ ਉਸ ਤੋਂ ਬਾਅਦ ਵੀ ਆਪਾਂ ਕਹਿੰਦੇ ਆ ਵੀ ਨਹੀਂ ਸਾਨੂੰ ਤਾਂ ਆਹ ਜਿਹੜਾ ਪ੍ਰੋਗਰਾਮ ਆ ਇੰਨੇ ਸਮੇਂ ਦੇ ਵਿੱਚ ਮੁਕੰਮਲ ਹੋਣਾ ਚਾਹੀਦਾ। ਜੇ ਨਹੀਂ ਹੋਇਆ ਤਾਂ ਫਿਰ ਸਰਕਾਰ ਆ, ਜੀ ਜੀ ਸਰਕਾਰ ਆ, ਪੈਸੇ ਉਹਨੇ ਖਰਚਣੇ ਆ। ਜੀ ਚੰਗਾ ਹੁੰਦਾ ਜੇ ਉਹੀ ਪੈਸੇ ਹਸਪੀਟਲਾਂ ਤੇ ਲਾਏ ਹੁੰਦੇ। ਜੀ ਹੁਣ ਇਹਦੇ ਵਿੱਚ ਗੱਲ ਸਰਕਾਰਾਂ ਨੇ ਇਹ ਕਹਿਣਾ ਵੀ ਸਾਡੀ ਆਲੋਚਨਾ ਬਹੁਤ ਹੋ ਰਹੀ। ਜੀ ਇਸ ਦੌਰ ਦੇ ਵਿੱਚ ਬੰਦਾ ਕਿਹੜਾ ਜਿਹੜਾ ਆਲੋਚਨਾ ਨਹੀਂ ਕਰੂਗਾ? ਜਿਹਦੇ ਆਪ ਦੇ ਮਰ ਰਹੇ ਹੋਣ ਉਹ ਸਰਕਾਰ ਨੂੰ ਆਪੇ ਗਾਲਾਂ ਕੱਢੂਗਾ ਹੀ। ਜੀ ਲਾਈਨਾਂ ਲੱਗੀਆਂ ਪਈਆਂ ਸਿਲੰਡਰਾਂ ਵਾਸਤੇ, ਜਿਹੜੀ ਕਿ ਆਮ ਚੀਜ਼ ਆ, ਜੀ ਜਿਹੜੀ ਕਿ ਮੁੱਢਲੀ ਇੱਕ ਬੰਦੇ ਨੂੰ ਜੀਉਣ ਵਾਸਤੇ ਆਕਸੀਜਨ ਬਹੁਤ ਜ਼ਰੂਰੀ ਆ। ਜੀ ਜਿਉਂਦਾ ਆ ਤਾਂ ਵੀ ਜ਼ਰੂਰੀ ਆ, ਜਿਹੜਾ ਮਰਨ ਕੰਢੇ ਪਿਆ ਜਾਂ ਕਰੋਨਾ ਤੋਂ ਪੀੜਤ ਆ ਉਹਦੇ ਲਈ ਤਾਂ ਫਿਰ ਲਾਜ਼ਮੀ ਬਣ ਜਾਂਦਾ। ਜੀ ਤੇ ਮੈਂ ਇਹ ਕਹੂੰਗਾ ਵੀ ਬਿਨਾਂ ਆਕਸੀਜਨ ਦੇ ਸਾਹ ਕਿਵੇਂ ਲੈ ਰਿਹਾ ਇੰਡੀਆ? ਜੀ ਹੁਣ ਬੰਗਾਲ ਉੱਥੇ ਕਰਨਾਟਕ ਦੀ ਗੱਲ ਕਰੀਏ, ਜੀ ਬੰਗਲੌਰੂ ਦੇ ਵਿੱਚ ਗੱਲ ਕਰੀਏ, ਉੱਥੇ ਰੋਜ਼ਾਨਾ ਹੀ 400-500 ਜਿਹੜੀਆਂ ਲਾਸ਼ਾਂ ਆ ਉਹ ਤਕਰੀਬਨ ਇੱਕ ਸ਼ਮਸ਼ਾਨ ਘਾਟ ਦੀ ਗਿਣਤੀ ਜੇ ਅੰਕੜੇ ਨਾ ਲੁਕਾਉਣ ਸਰਕਾਰ ਜੀ। ਇੰਨੀ ਕੁ ਹੋਈ ਜਾਂਦੀ ਆ। ਜੀ ਤਾਂ ਫਿਰ ਉਸ ਵੱਲ ਨੂੰ ਧਿਆਨ ਦੇਣ ਦੀ ਬਜਾਏ ਆਪਾਂ ਆਪਣੇ ਭਵਨ ਬਣਾਉਣ ਤੇ ਲੱਗੇ ਰਹੀਏ ਤਾਂ ਫਿਰ ਉੱਥੇ ਗੱਲ ਉਹੀ ਆ ਜਾਂਦੀ ਨਾ ਵੀ ਰੋਮ ਸਾੜਨ ਵਾਲੀ ਗੱਲ ਆ, ਨੀਰੋ ਬੰਸਰੀ ਵਜਾਉਣ ਵਾਲੀ ਗੱਲ ਆ। ਤੇ ਅਵਤਾਰ ਜੀ, ਕਰੋਨਾ ਇਨਸਾਨਾਂ ਨੂੰ ਤਾਂ ਕਾਬੂ ਚ ਲੈ ਹੀ ਰਿਹਾ ਹੈ, ਹੁਣ ਜਾਨਵਰਾਂ ਨੂੰ ਵੀ ਉਹਨੇ ਆਪਣੇ ਲਪੇਟੇ ਚ ਲੈ ਲਿਆ। ਦੇਖੋ ਕਰੋਨਾ ਦੇ ਬਹੁਤ ਮਿਊਟੈਂਟ ਹੋਰ ਨਵੇਂ ਆ ਰਹੇ ਆ। ਜੀ ਜਿਹੜਾ ਆਂਧਰਾ ਪ੍ਰਦੇਸ਼ 'ਚ ਇੱਕ ਨਵਾਂ ਮਿਊਟੈਂਟ ਟੁੱਟ ਕੇ ਡਬਲ ਮਿਊਟੈਂਟ ਬਣ ਕੇ ਆਇਆ, ਜੀ ਉਹ ਕਹਿੰਦੇ 15 ਗੁਣਾ ਘਾਤਕ ਆ। ਜੀ ਇਸ ਤੋਂ ਇਲਾਵਾ ਦੱਖਣ ਵਿੱਚ ਜਿੰਨੇ ਹੋਰ ਮਿਊਟੈਂਟ ਬਣ ਰਹੇ ਆ ਕਰੋਨਾ ਦੇ, ਜੀ ਉਹ ਹੋਰ ਵੀ ਘਾਤਕ ਦੱਸੇ ਜਾ ਰਹੇ ਆ। ਜੀ ਤੇ ਜਿਹੜੀ ਤੁਸੀਂ ਗੱਲ ਕੀਤੀ ਜਾਨਵਰਾਂ ਦੀ, ਇਹ ਹੈਦਰਾਬਾਦ ਦੇ ਇੱਕ ਚਿੜੀਆ ਘਰ ਦੇ ਵਿੱਚ ਸ਼ੇਰਾਂ ਦੇ ਵਿੱਚ ਪਾਇਆ ਗਿਆ। ਜੀ ਜਾਨਵਰਾਂ ਦੇ ਵਿੱਚ ਭਾਰਤ ਵਿੱਚ ਤਾਂ ਪਹਿਲੀ ਵਾਰੀ ਆਇਆ, ਜੀ ਪਰ ਜਦੋਂ ਅਮਰੀਕਾ ਦੇ ਵਿੱਚ ਪਹਿਲੀ ਲਹਿਰ ਦੇ ਵਿੱਚ ਕਰੋਨਾ ਚੱਲੀ ਸੀ ਉਦੋਂ ਉੱਥੇ ਜਾਨਵਰਾਂ 'ਚ ਬਹੁਤ ਪਾਇਆ ਗਿਆ ਸੀਗਾ। ਈਵਨ ਕਈ ਥਾਵਾਂ ਤੇ ਤਾਂ ਕੁੱਤਿਆਂ ਦੇ ਵਿੱਚ ਵੀ ਪਾਇਆ ਗਿਆ ਸੀਗਾ। ਜੀ ਭਾਰਤ ਵਿੱਚ ਜਦੋਂ ਇਹੋ ਜਿਹੀ ਸਥਿਤੀ ਪਹੁੰਚ ਜਾਵੇ ਵੀ ਜਾਨਵਰਾਂ ਵਿੱਚ ਵੀ ਪਹੁੰਚ ਚੱਲਿਆ ਜੀ ਤੇ ਤੁਸੀਂ ਅੰਦਾਜ਼ਾ ਲਾ ਲਓ ਵੀ ਉਹ ਆਮ ਮਨੁੱਖਾਂ ਲਈ ਕਿੰਨਾ ਘਾਤਕ ਹੋਵੇਗਾ। ਜੀ ਤੇ ਆਉਣ ਵਾਲਾ ਸਮਾਂ ਦੱਸਦਾ ਵੀ ਜੇ ਕਿਤੇ ਇਹ ਦੂਜੀ ਲਹਿਰ ਜਾਂ ਤੀਜੀ ਜਿਹੜੀ ਵੀ ਚੱਲਦੀ ਪਈ ਆ, ਜੀ ਜੁਲਾਈ 'ਚ ਜੇ ਅਗਲੀ ਲਹਿਰ ਆ ਗਈ ਜੀ ਤੇ ਜਿਵੇਂ ਹੁਣ ਨੌਜਵਾਨਾਂ ਨੂੰ ਲਪੇਟੇ 'ਚ ਲੈ ਰਿਹਾ ਕਰੋਨਾ, ਜੀ ਉਦੋਂ ਬੱਚਿਆਂ ਨੂੰ ਲਪੇਟੇ 'ਚ ਲਊਗਾ। ਜੀ ਤੇ ਅਵਤਾਰ ਜੀ, ਗੱਲਾਂ ਬਾਤਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰੱਖਦੇ ਹਾਂ ਪਰ ਇਸ ਬ੍ਰੇਕ ਤੋਂ ਬਾਅਦ। ਵਕਫੇ ਤੋਂ ਬਾਅਦ ਵਿਚਾਰ ਚਰਚਾ ਪ੍ਰੋਗਰਾਮ 'ਚ ਮੁੜ ਤੋਂ ਸਵਾਗਤ ਕਰਦੇ ਹਾਂ। ਤੇ ਅਵਤਾਰ ਜੀ, ਸੋਨੂ ਸੂਦ ਦੀ ਤੁਸੀਂ ਗੱਲ ਕੀਤੀ ਸੀ ਨਾ, ਸੋਨੂ ਸੂਦ ਤਾਂ ਮਸੀਹਾ ਬਣ ਰਿਹਾ ਲੋਕਾਂ ਲਈ, ਪਰ ਇੱਕ ਬੀਬੀ ਹੈ ਜਿਹੜੀ ਬੋਲਣੋਂ ਹਟਦੀ ਨਹੀਂ ਤੇ ਟਵਿੱਟਰ ਨੇ ਸ਼ਾਇਦ ਉਹਦੀ ਚੁੰਝ ਤੇ ਤਾਲਾ ਮਾਰ ਦਿੱਤਾ। ਪਰਮਿੰਦਰ ਜੀ, ਆਮ ਇੱਕ ਕਹਾਵਤ ਹੈ ਨਾ ਵੀ ਜਿੱਦਾਂ ਦਾ ਸੰਗ ਹੋਵੇ ਉਦਾਂ ਦੀ ਆਦਤ ਬਣ ਜਾਂਦੀ ਆ। ਜੀ ਪਰ ਕਈ ਵਾਰੀ ਆਪਾਂ ਕਹਿੰਦੇ ਆ ਵੀ ਗੁਆਂਢੀ ਦੀ ਮੱਤ ਨਾ ਆਵੇ, ਉਹ ਕਹਾਵਤ ਪਿੰਡਾਂ ਵਾਲੀ ਚੱਲਦੀ ਆ। ਜੀ ਤੇ ਕੰਗਣਾ ਰਣੌਤ ਦੀ ਤੁਸੀਂ ਗੱਲ ਕਰ ਰਹੇ ਆ, ਉਹ ਬੀਬੀ ਦੀ, ਜੀ ਜਿਹਦਾ ਨਾਂ ਲੈਣਾ ਵੀ ਇਸ ਵੇਲੇ ਮੈਨੂੰ ਲੱਗਦਾ ਲੋਕੀ ਨਫ਼ਰਤ ਸਮਝਦੇ ਹੋਣੇ ਆ ਵੀ ਇਹੋ ਜੀ ਮੂੰਹ ਫੱਟ ਔਰਤ ਆ ਉਹ, ਜੀ ਜਿਹਦਾ ਮੂੰਹ ਕੰਨਾਂ ਤੱਕ ਪਾਟਾ ਕਹਿ ਦਈਏ ਨਾ ਤਾਂ ਵੀ ਸਹੀ ਆ। ਜੀ ਤੇ ਜਿਹਨੂੰ ਪਤਾ ਹੀ ਨਹੀਂ ਮੈਂ ਕੀ ਬੋਲਣਾ, ਜੀ ਕਿਹਦੇ ਬਾਬਤ ਬੋਲਣਾ, ਕਿਹਦੇ ਲਈ ਬੋਲਣਾ, ਇੱਕ ਔਰਤ ਹੋ ਕੇ ਔਰਤ ਬਾਰੇ ਇਹੋ ਜੀ ਗੱਲ ਕਰੇ ਤੇ ਇਦੋਂ ਵੱਡੀ ਸ਼ਰਮਨਾਕ ਗੱਲ ਕੀ ਹੋ ਸਕਦੀ ਆ। ਮੈਂ ਗੱਲ ਕੀਤੀ ਸੀ ਸੰਘ ਦੀ। ਜੀ ਸੰਘ ਇਸ ਕਰਕੇ ਮੈਂ ਨਾਲ ਜੋੜਿਆ ਕਿਉਂਕਿ ਇਹ ਵੀ ਬੀਜੇਪੀ ਦੇ ਵਿੱਚ ਆ। ਜੀ ਪਹਿਲਾਂ ਕਾਂਗਰਸ 'ਚ ਸੀ, ਛੱਡ ਕੇ ਬੀਜੇਪੀ 'ਚ ਪਰਿਵਾਰ ਇਹਦਾ ਆ ਗਿਆ। ਜੀ ਪ੍ਰਧਾਨ ਮੰਤਰੀ ਹੋਰੀ ਜਦੋਂ ਬੰਗਾਲ ਜਿੰਨੀ ਵਾਰੀ ਵੀ ਰੈਲੀ 'ਚ ਗਏ ਆ, ਜੀ ਰੈਲੀ ਕਰਨ ਗਏ ਆ, ਉਹਨਾਂ ਦਾ ਸੰਬੋਧਨ ਜਿਹੜਾ ਮਮਤਾ ਪ੍ਰਤੀ ਕਿੱਦਾਂ ਦਾ ਹੁੰਦਾ ਸੀ? ਜੀ ਉਹ ਹਮੇਸ਼ਾ ਹੀ ਟਾਂਚ ਕਰਦੇ ਸੀਗੇ, ਮਜ਼ਾਕ ਕਰਦੇ ਸੀਗੇ, ਤੰਜ ਕਰਦੇ ਸੀ, ਦੀਦੀ ਇਹੋ ਜੀ ਲੈਂਗੁਏਜ ਜਦੋਂ ਇੱਕ ਪ੍ਰਧਾਨ ਮੰਤਰੀ ਜਿਹਦੀ ਸ਼ੈਲੀ ਇਹ ਸ਼ੋਭਾ ਨਹੀਂ ਦਿੰਦੀ, ਜਿਹਨੂੰ ਇਹ ਗੱਲ ਕਰਨ ਦਾ ਜਿਹੜਾ ਤਰੀਕਾ ਆ ਉਹ ਲੋਕਾਂ ਨੇ ਤਾਂ ਹੀ ਉੱਥੇ ਪਸੰਦ ਨਹੀਂ ਕੀਤਾ ਕਿ ਇੱਕ ਔਰਤ ਨੂੰ ਇਸ ਤਰੀਕੇ ਨਾਲ ਇਹ ਤੰਜ ਕਰਕੇ ਜਾਂ ਮਜ਼ਾਕ ਕਰਕੇ ਗੱਲ ਕਰ ਰਿਹਾ। ਫਿਰ ਨਾਲ ਦੀ ਨਾਲ ਉੱਥੇ ਇਹ ਵੀ ਮਜ਼ਾਕ ਕਰ ਰਿਹਾ ਸੀਗਾ ਕਿ ਦੇਖੋ ਜੀ ਅਗਰ ਦੀਦੀ ਕੀ ਬਾਈਕ ਸਕੂਟਰੀ ਅਗਰ ਨੰਦੀਗ੍ਰਾਮ में ही गिरने ਜਾ ਪਹੁੰਚੀ ਤਾਂ ਹਮ ਕਿਆ ਕਰਾਂਗੇ। ਇਹੋ ਜਿਹੀਆਂ ਗੱਲਾਂ ਉੱਥੇ ਲੋਕਾਂ ਨੇ ਤਾਂ ਹੀ ਨਕਾਰੀਆਂ ਪਏ ਇੱਕ ਔਰਤ ਨੂੰ
ਇਹੋ ਜਿਹੀਆਂ ਗੱਲਾਂ ਕੋਈ ਕਹਿੰਦਾ, ਉਹ ਵੀ ਪ੍ਰਧਾਨ ਮੰਤਰੀ ਪੱਧਰ ਦਾ ਇੱਕ ਨਹੀਂ, ਵੈਸੇ ਤਾਂ ਵੱਡੀ ਸ਼ਖਸੀਅਤ ਜੀ ਉਹ ਤਾਂ ਹਮੇਸ਼ਾ ਸਨਮਾਨ ਦੀ ਗੱਲ ਕਰਦੇ, ਔਰਤਾਂ ਨੂੰ ਮਾਨ ਦੇ। ਪਤਾ ਨਹੀਂ ਉੱਥੇ ਕੀ ਹੋ ਗਿਆ, ਮੈਂ ਵੀ ਇਹ ਲੱਗਾ ਸੀ ਉੱਥੇ ਗੱਲ ਆਉਣ ਪਏ। ਆਮ ਕਰਕੇ ਪ੍ਰਧਾਨ ਮੰਤਰੀ ਹੋ ਰਹੀ ਹਮੇਸ਼ਾ ਹੀ ਔਰਤ ਪ੍ਰਤੀ ਉਹ ਸਤਿਕਾਰ ਰੱਖਦੇ ਆ, ਪਰ ਵੀ ਉੱਥੇ ਰੈਲੀਆਂ ਦੇ ਵਿੱਚ ਇਹਨਾਂ ਦਾ ਇੱਕੋ ਫੋਕਸ ਸੀਗਾ ਕਿ ਅਸੀਂ ਮਮਤਾ ਨੂੰ ਹਰਾਉਣਾ। ਉਹਦੇ ਲਈ ਉਹਨਾਂ ਨੇ ਜੋ ਨਾ ਸੋਚ, ਚਾਹੇ ਸ਼ਬਦਾਵਲੀ ਮਾੜੀ ਹੋਵੇ, ਮਤਲਬ ਸਾਰੀ ਚੀਜ਼ਾਂ ਵਰਤ ਕੇ ਦੇਖੀਆਂ ਉਹਨਾਂ ਨੇ। ਤੇ ਉਹਨਾਂ ਦਾ ਸੰਗ ਹੁਣ ਕੰਗਣਾ ਰਣੌਤ ਆ, ਇਹਨੇ ਜੋ ਭਾਸ਼ਾ ਮਮਤਾ ਲਈ ਵਰਤੀ ਆ, ਮਮਤਾ ਇੱਕ ਪਾਸੋਂ ਤਾਂ ਹੈਗੀ ਤਾਂ ਔਰਤ, ਦੂਸਰੀ ਵੱਡੀ ਗੱਲ ਉਹ ਮੁੱਖ ਮੰਤਰੀ ਆ। ਉਦੋਂ ਵੀ ਸੀ ਜਦੋਂ ਵਰਤਿਆ, ਤਾਂ ਹੁਣ ਦੁਬਾਰਾ ਮੁੱਖ ਮੰਤਰੀ ਬਣ ਗਈ, ਹੈ ਤਾਂ ਮੁੱਖ ਮੰਤਰੀ ਸੀ ਨਾ। ਉਹ ਇਹੋ ਜੀ ਮਤਲਬ ਲਹਿਜੇ ਵਾਲੀ ਔਰਤ ਆ ਜਿਹਨੇ ਕਦੀ ਵੀ ਕਿਸੇ ਨੂੰ ਖਿਲਾਫ ਜਾਂਦੇ ਵੀ ਰਹੇ ਆ, ਚਾਹੇ ਜੋ ਮਰਜ਼ੀ ਬੋਲ ਕੇ ਆਉਂਦੇ ਰਹੇ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ, ਪਰ ਉਹਨਾਂ ਦੀ ਸ਼ਾਨ ਦੇ ਖਿਲਾਫ ਨਹੀਂ ਕਦੇ ਬੋਲੇ, ਨਿੱਜੀ ਤੌਰ ਤੇ ਅਟੈਕ ਕਦੇ ਨਹੀਂ ਕੀਤਾ ਉਹਨਾਂ ਨੇ। ਤੇ ਇਹ ਪਰਸਨਲ ਅਟੈਕ ਕਰਨ ਵਾਲੀ ਕੌਣ ਹੁੰਦੀ ਆ? ਤੇ ਹੁਣ ਕਿਉਂ ਨਹੀਂ ਬੀਜੇਪੀ ਵਾਲੇ ਜਾਗੇ? ਜੇ ਇਹੀ ਸ਼ਬਦ ਇਹਨਾਂ ਦੇ ਬੀਜੇਪੀ ਵਾਲੇ ਕਿਸੇ ਔਰਤ ਨੂੰ ਕੋਈ ਹੋਰ ਬੰਦਾ ਜਾਂ ਕੋਈ ਔਰਤ ਬੋਲ ਜਾਂਦੀ ਤੇ ਹੁਣ ਤੁਸੀਂ ਦੇਖੋ ਤੂਫਾਨ ਆਇਆ ਹੋਣਾ ਸੀਗਾ। ਤੇ ਅੱਜ ਕੰਗਣਾ ਰਣੌਤ ਨੂੰ ਕੋਈ ਰੋਕਣ ਵਾਲਾ ਹੈ ਨਹੀਂ। ਇਹੋ ਹੀ ਕੰਗਣਾ ਰਣੌਤ ਹੈ, ਜਦੋਂ ਕਿਸਾਨ ਅੰਦੋਲਨ ਸ਼ੁਰੂ ਹੋਇਆ ਸੀ ਤੇ ਇਹਦੀ ਦਾਦੀ ਦੀ ਉਮਰ ਦੀ ਮਾਤਾ ਮਹਿੰਦਰ ਕੌਰ ਜਿਹਦੇ ਲਈ ਜੋ ਸ਼ਬਦਾਵਲੀ ਵਰਤੀ ਸੀਗੀ, ਉਹ ਵੀ ਇੱਕ ਬਹੁਤ ਨਿੰਦਣਯੋਗ ਸੀ। ਹਜੇ ਤੱਕ ਵੀ ਉਹਦਾ ਲੋਕਾਂ ਨੇ ਇੰਨਾ ਬੁਰਾ ਮਨਾਇਆ ਪਏ, ਇਹਨੂੰ ਦੇਖ ਕੇ ਰਾਜੀ ਨਹੀਂ। ਵੈਸੇ ਪੰਜਾਬੀਆਂ ਨੇ ਜਵਾਬ ਚੰਗਾ ਦੇ ਦਿੱਤਾ, ਪੂਰੀ ਰੇਲ ਬਣਾਈ, ਜਵਾਬ ਨਹੀਂ ਦਿੱਤਾ, ਪੂਰੀ ਰੇਲ ਬਣਾਈ। ਪਰ ਫਿਰ ਉਹ ਆਦਤ ਤੋਂ ਮਜਬੂਰ ਆ ਨਾ, ਵੀ ਅਸੀਂ ਢੀਠ ਆ, ਸਾਨੂੰ ਕੀ ਇਹਦੇ ਨਾਲ। ਤੇ ਇਹਨੂੰ ਰੋਕਣਾ ਤਾਂ ਫਿਰ ਇੱਕ ਜਿਹਦੇ ਨਾਲ ਜੁੜੀ ਆ, ਜਿਹੜੀ ਐਡੀ ਵੱਡੀ ਪਾਰਟੀ ਆ, ਇਹਨੂੰ ਐਡਾ ਵੱਡਾ ਰੁਤਬਾ ਆ ਪਾਰਟੀ ਦਾ, ਉਹਦਾ ਕੋਈ ਫਰਜ਼ ਨਹੀਂ ਬਣਦਾ। 3-4 ਦਿਨ ਹੋ ਗਏ ਉਹਨੂੰ ਇਹੋ ਜਿਹੇ ਸ਼ਬਦ ਵਰਤਦਿਆਂ ਨੂੰ। ਕਿਸੇ ਦੀ ਵੀ ਕੋਈ ਨਿੰਦਾ ਵਾਲੀ ਗੱਲ ਆਈ ਆ? ਨਹੀਂ ਆਈ। ਮਮਤਾ ਨੇ ਵੀ ਜਵਾਬ ਨਹੀਂ ਦਿੱਤਾ, ਇਹੋ ਜਿਹਾ ਪਤਾ ਨਹੀਂ ਕਿੰਨੇ ਕੁ ਬੋਲਦੇ ਹੋਣਗੇ, ਬੋਲੀ ਜਾਣ ਤੇ ਸਾਨੂੰ ਕੀ ਫਰਕ ਆ। ਇਸ ਦੇ ਬਾਵਜੂਦ ਜੇ ਟਵਿੱਟਰ ਉਹਦਾ ਅਕਾਊਂਟ ਬੰਦ ਕਰ ਦਿੰਦਾ ਤੇ ਢੀਠਤਾ ਦੀ ਹੱਦ ਉਦੋਂ ਹੋ ਗਈ ਜਦੋਂ ਟਵਿੱਟਰ ਨੂੰ ਹੀ ਧਮਕੀ ਦੇਣ ਲੱਗ ਪਈ। ਅੱਛਾ ਜੀ, ਉਹਨੂੰ ਕੀ ਧਮਕੀ? ਕਹਿੰਦੀ ਇਹ ਗੋਰੇ ਲੋਕ ਆ, ਕਾਲਿਆਂ ਨੂੰ ਗੁਲਾਮ ਬਣਾਉਣਾ ਰੱਖਣਾ ਚਾਹੁੰਦੇ ਆ। ਹੱਦ ਨਾਲੋਂ ਵੱਧ ਹੋ ਗਈ। ਮੈਨੂੰ ਸੋਸ਼ਲ ਪਲੇਟਫਾਰਮ ਅਗਲਾ ਚਲਾ ਰਿਹਾ ਦੁਨੀਆ ਦੇ ਵਿੱਚ, ਜਿਹਦੇ ਉੱਤੇ ਤਰ੍ਹਾਂ ਦੀਆਂ ਪਾਬੰਦੀਆਂ, ਨਿਗਰਾਨੀ, ਸਾਰਾ ਕੁਝ ਸੁਪਰਵਿਜ਼ਨ ਹੋ ਰਿਹਾ, ਤੇ ਤੇਰੇ ਇਹੋ ਜਿਹੇ ਟਵੀਟਾਂ ਨਾਲ ਲੜਾਈ ਹੋ ਜਾਏ, ਦੰਗੇ ਫੈਲ ਜਾਣ, 100 ਮਸਲੇ ਖੜੇ ਹੋ ਜਾਣ, ਤੇ ਕੀ ਗੱਲ ਉਹ ਆਪਦੇ ਤੇ ਅਕਾਊਂਟ ਬੰਦ ਨਹੀਂ ਕਰੂਗਾ? ਜੀ ਬਿਲਕੁਲ, ਮੈਂ ਚਾਹੁੰਦੀ ਸੀ ਕਿ ਉਹਨਾਂ ਦੇ ਤੇ ਫਰਜ਼ ਬਣਦਾ ਹੈ, ਸਰਕਾਰ ਦਾ ਕੋਈ ਫਰਜ਼ ਨਹੀਂ ਬਣਦਾ ਵੀ ਉਹਨੂੰ ਵੀ ਰੋਕ ਲਓ। ਨਹੀਂ, ਅਜੇ ਤੱਕ ਉਹਨਾਂ ਤੱਕ ਪਹੁੰਚੀ ਨਹੀਂ ਨਾ। ਉਹ ਕਹਿਣਗੇ ਟਵਿੱਟਰ ਹੀ ਅਕਾਊਂਟ ਬੰਦ ਕਰਤਾ, ਸਾਡੇ ਕੋਲ ਕਿੱਥੇ ਪਹੁੰਚੀ ਆ? ਇਹ ਉਹਨਾਂ ਕੋਲ ਬਹਾਨਾ ਹੈਗਾ ਆ। ਇਸ ਤੋਂ ਅੱਗੇ ਜਾ ਕੇ ਫੇਰ ਉਹ ਕਹਿੰਦੀ ਫੇਰ ਕੀ ਹੋਇਆ ਜੇ ਗੋਰਿਆਂ ਨੇ ਮੇਰਾ ਅਕਾਊਂਟ ਬੰਦ ਕਰਤਾ? ਮੇਰੇ ਕੋਲ ਹੋਰ ਪਲੇਟਫਾਰਮ ਬਹੁਤ ਆ, ਮੇਰੇ ਕੋਲ ਸਿਨੇਮਾ ਹੈਗਾ ਆ। ਪਰ ਕੰਗਣਾ ਇਹ ਭੁੱਲ ਗਈ ਵੀ ਜਿਸ ਸਿਨੇਮੇ ਤੇ ਉਹ ਗੱਲ ਕਰ ਰਹੀ ਹੈ ਨਾ, ਇਸ ਸਿਨੇਮੇ ਦੇ ਉੱਤੇ ਟੀਸੀ ਤੇ ਪਹੁੰਚਾਉਣ ਵਾਲੇ ਇਹੀ ਲੋਕ ਆ। ਇਹ ਬੰਦੇ ਟੀਸੀ ਤੇ ਚੜਾ ਦਿੰਦੇ ਆ, ਬਹੁਤ ਜ਼ਿਆਦਾ ਪਿਆਰ ਬਹੁਤ ਕਰਦੇ ਆ, ਸਤਿਕਾਰ ਬਹੁਤ ਕਰਦੇ ਆ, ਬੰਦੇ ਦਾ ਮਾਨ ਸਨਮਾਨ ਇੰਨਾ ਕਰ ਦਿੰਦੇ ਆ, ਉਹਦਾ ਕੰਮ ਦੇਖ ਕੇ, ਹਾਂ ਵੀ ਕੰਮ ਵਧੀਆ, ਫਿਲਮਾਂ 'ਚ ਕੰਮ ਕਰਦੀ ਸੀ, ਉਹਦੇ ਕਰਕੇ ਇਹਨੂੰ ਇੱਥੇ ਟੀਸੀ ਤੇ ਪਹੁੰਚਾਤਾ। ਪਰ ਜਿੱਦਣ ਪੌੜੀ ਖਿੱਚੀ ਨਾ, ਉਦੋਂ ਇਹਨੂੰ ਪਤਾ ਵੀ ਨਹੀਂ ਲੱਗਣਾ। ਹਾਲੇ ਤੱਕ ਤਾਂ ਇਹਨੂੰ ਆਪਣੇ ਹੰਕਾਰ 'ਚ ਆ ਵੀ ਮੇਰੇ ਨਾਲ ਪਤਾ ਨਹੀਂ ਸੈਂਟਰ ਸਰਕਾਰ ਕਰਕੇ ਆ, ਮੈਂ ਜੋ ਮਰਜ਼ੀ ਬੋਲਾਂ, ਮੈਨੂੰ ਕੋਈ ਫਰਕ ਨਹੀਂ ਪੈ ਚੱਲਿਆ। ਤੇ ਬੰਬੇ ਵਾਲਿਆਂ ਨੇ ਦੇਖਿਆ ਨਾ ਫਿਰ ਕਦਾ ਸ਼ਿਵ ਸੈਨਾ ਨੇ ਬਣਾਈ, ਉੱਥੇ ਵੜੀ ਨਹੀਂ ਮੁੜ ਕੇ, ਚਲੇ ਵੀ ਜਾਂਦੀ ਆ ਤਾਂ Z+ ਸੁਰੱਖਿਆ ਦੇਤੀ ਆ ਵੱਡੀ ਕਰਕੇ, Y ਜਾਂ Z ਜਿਹੜੀ ਵੀ ਦਿੱਤੀ ਆ। ਜੇ ਸੁਰੱਖਿਆ ਲੈ ਕੇ ਤੁਸੀਂ ਇਹੋ ਜਿਹੇ ਕੰਮ ਕਰਦੇ ਆ ਤੇ ਇਹਦਾ ਮਤਲਬ ਇਹ ਆ ਜਾਣ ਬੁੱਝ ਕੇ ਕਰਦੇ ਆ। ਤੇ ਜੇ ਇਹੋ ਜਿਹੇ ਕੰਮ ਨਾ ਕਰੋ, ਸੁਰੱਖਿਆ ਦੀ ਲੋੜ ਹੀ ਨਾ ਪਵੇ। ਬੰਦਾ ਜੇ ਸਹੀ ਤਰੀਕੇ ਨਾਲ ਤੁਰਿਆ ਜਾਵੇ ਤੇ ਕਾਹਨੂੰ, ਦੇਖੋ ਰਸਤੇ ਦੇ ਵਿੱਚ ਜਾਂਦੇ ਆ ਤੇ 4-5 ਕੁੱਤੇ ਖੜੇ ਆ, ਆਪਾਂ ਨੂੰ ਪਤਾ ਵੀ ਉਹ ਕੁੱਤਾ ਸਾਨੂੰ ਨੁਕਸਾਨ ਕਰੂਗਾ ਜਾਂ ਪਊਗਾ ਜਾਂ ਸਾਨੂੰ ਬੋਲੂਗਾ, ਕਿਉਂਕਿ ਉਹਦਾ ਤਾਂ ਕੰਮ ਆ, ਦੇਖੋ ਉਹਨੇ ਤੇ ਹਾਜ਼ਰੀ ਲਾਉਣੀ ਆਪਣੇ। ਤੇ ਜੇ ਆਪਾਂ ਉਹਨੂੰ ਛੇੜਾਂਗੇ ਹੀ ਨਾ, ਚੁੱਪ ਕਰਕੇ ਨਿਕਲ ਜਾਵਾਂਗੇ, ਤੇ ਉਹਨਾਂ ਦਾ ਕਿਹੜਾ ਦਿਮਾਗ ਖਰਾਬ ਹੈ? ਉਹ ਸਿਆਣੇ ਜਾਨਵਰ ਅਕਸਰ ਮੰਨਿਆ ਜਾਂਦਾ ਸਿਆਣੇ ਹੁੰਦੇ ਆ। ਤੇ ਜਿਸ ਬੰਦੇ ਨੇ ਚੰਗੇ ਕੰਮ ਕੀਤੇ ਹੋਣ, ਉਹਨੂੰ ਸਿਕਿਉਰਿਟੀ ਦੀ ਲੋੜ ਨਹੀਂ ਪੈਂਦੀ। ਤੇ ਜੇ ਸਿਕਿਉਰਿਟੀ ਲੈ ਕੇ ਵੀ ਉਹੋ ਜਿਹੇ ਕੰਮ ਕਰਨੇ, ਤਾਂ ਫਿਰ ਸਿਕਿਉਰਿਟੀ ਦੇਣ ਵਾਲੇ ਨੂੰ ਵੀ ਉਹ ਸੋਚਣਾ ਚਾਹੀਦਾ ਵੀ ਅਸੀਂ ਤਾਂ ਇਹਦੀ ਸਿਕਿਉਰਿਟੀ ਦਿੱਤੀ ਆ ਹਿਫਾਜ਼ਤ ਵਾਸਤੇ, ਤੇ ਇਹਦਾ ਕੰਮ ਫਿਰ ਉਹੀ ਰਿਹਾ। ਸੋ ਇਸ ਕਰਕੇ ਮੈਂ ਤਾਂ ਇਸ ਗੱਲ ਨੂੰ ਦੁਬਾਰਾ ਜ਼ੋਰ ਦੇ ਕੇ ਕਹਿਣਾ ਵੀ ਔਰਤ ਨੂੰ ਕਿਸੇ ਔਰਤ ਬਾਰੇ ਗੱਲ ਕਰਨੀ ਇਹੋ ਜਿਹੀ ਸ਼ੋਭਾ ਨਹੀਂ ਬਣਦੀ। ਜੋ ਕੁਝ ਲਫ਼ਜ਼ ਉਹਨੇ ਵਰਤੇ ਆ ਮਮਤਾ ਲਈ, ਉਹ ਕਹੇ ਨਹੀਂ ਜਾਂਦੇ। ਬੇਸ਼ੱਕ ਉਹ ਔਨ ਰਿਕਾਰਡ ਸਾਰੇ ਆ ਗਏ ਆ, ਪਰ ਇਸ ਦੇ ਬਾਵਜੂਦ ਵੀ ਉਹਦੇ 'ਚ ਕੋਈ ਹੰਕਾਰ ਵਾਲੀ ਜਾਂ ਈਗੋ ਵਾਲੀ ਗੱਲ ਘਟੀ ਨਹੀਂ ਹੈਗੀ ਆ। ਇਹ ਉਹਨੂੰ ਸੋਚਣਾ ਪਊਗਾ ਵੀ ਇਹ ਲੋਕਾਂ ਦੇ ਸਿਰ ਤੇ ਜਿਹੜੀ ਤੂੰ ਕਹਿ ਰਹੀ ਆ ਵੀ ਮੇਰੇ ਕੋਲ ਹੋਰ ਪਲੇਟਫਾਰਮ ਆ, ਸਾਰੇ ਪਲੇਟਫਾਰਮਾਂ ਤੋਂ ਲਾ ਦੇਣਾ ਉਹਨਾਂ ਨੇ ਜਦੋਂ ਆਪਣੇ ਆਈ ਤੇ ਆ ਗਏ ਤਾਂ। ਜੀ ਬਿਲਕੁਲ। ਤੇ ਇਸ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਿਲਕੁਲ ਆਪਣੇ ਮਿੱਥੇ ਹੋਏ ਟੀਚੇ ਵੱਲ ਅੱਗੇ ਵਧ ਰਹੀ ਹੈ, ਮਾਨਵਤਾ ਦੀ ਸੇਵਾ ਦੇ ਵਿੱਚ। ਇੱਕ ਵਾਰ ਫੇਰ ਤੋਂ
ਦਿੱਲੀ ਕਮੇਟੀ ਜੀ 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 ਦਿੱਲੀ ਗੁਰਦੁਆਰਾ ਕਮੇਟੀ ਹਾਂਜੀ ਤੇ ਮਾਨਵਤਾ ਦੀ ਸੇਵਾ ਵਿੱਚ ਫਿਰ ਤੋਂ ਜੁਟ ਰਹੀ ਹੈ ਜੀ ਤੇ ਹੁਣ ਉਹ ਕਿਹੜੇ ਉਪਰਾਲੇ ਕਰ ਰਹੀ ਹੈ ਇਹਨਾਂ ਦੀ ਸੇਵਾ ਲਈ? ਬਿਲਕੁਲ ਜੀ, ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਹੋਣਾ ਨੇ ਕਿਸਾਨ ਅੰਦੋਲਨ ਤੋਂ ਲੈ ਕੇ ਵੀ ਬਹੁਤ ਵਧੀਆ ਕੰਮ ਨਿਭਾਇਆ, ਉਹਨੇ ਭੂਮਿਕਾ ਬਹੁਤ ਕਮਾਲ ਦੀ ਰਹੀ ਆ ਜੀ ਸੇਵਾ ਦੇ ਪੱਖੋਂ ਵੀ ਬਹੁਤ ਅਗਰਣੀ ਹੋ ਕੇ ਮੋਹਰੇ ਹੋ ਕੇ ਕੰਮ ਕੀਤਾ। ਤੇ ਹੁਣ ਮਹਾਮਾਰੀ ਦੇ ਟਾਈਮ ਜਦੋਂ ਦੁਨੀਆ ਦੇ ਵਿੱਚ ਹਾਹਾਕਾਰ ਮਚੀ ਆ ਤੇ ਉੱਥੇ ਸਿਲੰਡਰਾਂ ਦਾ ਪ੍ਰਬੰਧ ਤੋਂ ਲੈ ਕੇ ਆਕਸੀਜਨ ਦਾ ਪ੍ਰਬੰਧ ਤੋਂ ਲੈ ਕੇ ਹੁਣ ਲੱਖੀ ਸ਼ਾਹ ਵਣਜਾਰਾ ਹਾਲ ਜਿਹੜਾ ਗੁਰਦੁਆਰਾ ਉੱਥੇ ਹੈਗਾ ਆ ਜੀ ਉੱਥੇ ਉਹਨਾਂ ਨੇ ਪੂਰੇ ਦਾ ਹਾਲ ਹੀ ਉਹਨਾਂ ਨੇ ਇੱਕ ਕੋਵਿਡ ਕੇਅਰ ਸੈਂਟਰ ਬਣਾ ਦਿੱਤਾ ਜੀ ਜਿੱਥੇ ਸਾਰੀਆਂ ਸਹੂਲਤਾਂ ਫੈਸਿਲਿਟੀਜ਼ ਜਿਹੜੀਆਂ ਉਹ ਲਾ ਦੇਣੀਆਂ ਉਹਨਾਂ ਨੇ। ਵੈਂਟੀਲੇਟਰ ਆ ਜਾਊਗਾ, ਬੈੱਡ ਨਾਲ ਹੋ ਜਾਣਗੇ, ਮਤਲਬ ਜਿੰਨੀ ਕੁ ਗਿਣਤੀ ਵਾਲਾ ਉਹ ਦੇਣ ਜੋਗੇ ਹੋਣਗੇ ਉਨੇ ਤਾਂ ਉਹ ਸਾਂਭ ਸਕਣਗੇ। ਜੀ ਇਸ ਤੋਂ ਪਹਿਲਾਂ ਬਿਨਾਂ ਉਹ ਕੋਵਿਡ ਕੇਅਰ ਸੈਂਟਰ ਤੋਂ ਵੀ ਉੱਥੋਂ ਦੇ ਗੁਰਦੁਆਰਾ ਜਿਹੜਾ ਆ ਉੱਥੋਂ ਦੇ ਸਿੱਖ ਭਾਈਚਾਰਾ ਆ ਉਹ ਲੋਕਾਂ ਨੂੰ ਸੰਭਾਲੀ ਜਾਂਦਾ ਆ। ਘਰਾਂ ਚੋਂ ਕੱਢ ਕੇ ਲੋਕਾਂ ਨੂੰ ਕਹਿੰਦੇ ਵੀ ਸਾਡੇ ਕੋਲ ਆ ਜਾਓ, ਇੱਥੇ ਗੱਡੀ 'ਚ ਬੈਠੇ ਆ ਉੱਥੇ ਕੋਲ ਜਾ ਕੇ ਆਪਣੀ ਜਾਨ ਜੋਖਮ 'ਚ ਪਾ ਕੇ ਜੀ ਉਹਨਾਂ ਨੂੰ ਆਕਸੀਜਨ ਦੇ ਕੇ ਉਹਨਾਂ ਨੂੰ ਸਾਹ ਦੇ ਰਹੇ ਆ। ਬਹੁਤ ਵੱਡਾ ਉਪਰਾਲਾ ਆ। ਤੁਸੀਂ ਗੱਲ ਦਿੱਲੀ ਕਮੇਟੀ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦੀ ਕੀਤੀ ਸੀ, ਮੈਂ ਉਹਦੀ ਵੀ ਕਰ ਦੇਵਾਂ। ਸ਼੍ਰੋਮਣੀ ਕਮੇਟੀ ਵੀ ਹੁਣ ਜਾਗ ਪਈ ਆ ਜੀ ਦਿੱਲੀ ਕਮੇਟੀ ਤਾਂ ਬਹੁਤ ਚਿਰ ਦੀ ਲੱਗੀ ਸੀ ਵੀ ਸ਼੍ਰੋਮਣੀ ਕਮੇਟੀ ਨੂੰ ਹੁਣ ਯਾਦ ਆਇਆ। ਖੈਰ ਦੇਰ ਆਏ ਦੁਰਸਤ ਹੈ, ਪਰ ਹੁਣ ਉਹਨਾਂ ਨੇ ਕਿਹਾ ਵੀ ਅਸੀਂ ਵੀ ਆਕਸੀਜਨ ਪਲਾਂਟ ਲਾ ਰਹੇ ਆ, ਜਲਦ ਲਾ ਲਾਂਗੇ। ਇਸ ਕੰਮ ਨੂੰ ਜਿਹੜੇ ਗੁਰਦੁਆਰੇ ਆ ਜਾਂ ਇਹੋ ਜਿਹੇ ਕਮੇਟੀਆਂ ਨੂੰ ਪਹਿਲਾਂ ਹੀ ਮੋਹਰੇ ਹੋਣਾ ਚਾਹੀਦਾ। ਬਿਲਕੁਲ ਸਰਕਾਰਾਂ ਤਾਂ ਜਿਹੜੀਆਂ ਕਰਦੀਆਂ ਆਪਣੇ ਤੌਰ ਤੇ ਪੇਸ਼ਕਸ਼ ਕਰ ਦੇਣ। ਜੀ ਇਹ ਕੋਈ ਮਨੁੱਖਤਾ ਦਾ ਕੰਮ ਆ, ਕਿਸੇ ਪਾਰਟੀ ਦਾ ਕਿਸੇ ਸਰਕਾਰ ਦਾ ਥੋੜੀ ਆ ਪਏ ਉਸ ਪਾਰਟੀ ਦੇ ਕੰਮ ਆ ਜੀ ਜਾਂ ਜਿਸ ਪਾਰਟੀ ਦਾ ਸਰਕਾਰ ਆ ਉਹਦੇ ਕੰਮ ਆ। ਜੇ ਇਹਦੇ 'ਚ ਸਾਰਾ ਕਲੈਕਟਿਵਲੀ ਕੰਮ ਕਰਾਂਗੇ ਇਕੱਠੇ ਹੋ ਕੇ ਫੇਰ ਹੀ ਆਪਾਂ ਮਨੁੱਖਤਾ ਦੀ ਜਾਨਾਂ ਨੂੰ ਬਚਾਵਾਂਗੇ। ਸੋ ਸ਼੍ਰੋਮਣੀ ਕਮੇਟੀ ਨੇ ਵੀ ਹੁਣ ਕਿਹਾ ਪਿਆ ਅਸੀਂ ਇਹਦੇ ਲਈ ਆਕਸੀਜਨ ਪਲਾਂਟ ਲਾ ਰਹੇ ਹਾਂ। ਕਿੰਨੇ ਲਾਉਣਗੇ ਕਿੰਨੇ ਨਹੀਂ ਉਹਦੇ ਲਈ ਉਹਨਾਂ ਨੇ ਬਜਟ ਵਗੈਰਾ ਰੱਖਣਗੇ, ਪਰ ਚੰਗਾ ਉਪਰਾਲਾ ਆ। ਘੱਟੋ ਘੱਟ ਆਪਾਂ ਪੰਜਾਬ ਲਈ ਤਾਂ ਚੰਗਾ ਕਰ ਸਕਾਂਗੇ। ਪਰ ਪੰਜਾਬ ਦੇ ਹਾਲਾਤ ਵੀ ਜੇ ਮਾੜੇ ਹੁੰਦੇ ਜਾ ਰਹੇ ਆ ਤੇ ਉਧਰੋਂ ਕੈਪਟਨ ਸਾਹਿਬ ਵੀ ਜਿਹੜੇ ਉਹ ਚਿੰਤਤ ਆ ਤੇ ਉਹਨਾਂ ਨੇ ਵੀ ਵਾਰ-ਵਾਰ ਚਿੱਠੀ ਪੱਤਰ ਦਾ ਦੌਰ ਸ਼ੁਰੂ ਕਰ ਦਿੱਤਾ ਆ। ਆਪ ਦੇ ਤੌਰ ਤੇ ਕੀ ਉਪਰਾਲਾ ਕਰ ਰਹੇ ਆ ਉਹ ਨਹੀਂ ਪਤਾ। ਇਸ ਸਭ ਦੇ ਵਿੱਚ ਬਾਹਰੋਂ ਜਿਹੜੀ ਆ ਰਹੀ ਨਾ ਮਦਦ, ਬਾਹਰੋਂ ਆਕਸੀਜਨ ਦੇ ਸਿਲੰਡਰ ਆ ਰਹੇ, ਬਾਹਰੋਂ ਕਨਸੈਂਟਰੇਟਰ ਆ ਰਹੇ ਆ, ਪੈਸਾ ਆ ਰਿਹਾ, ਸਾਰੀ ਤਰ੍ਹਾਂ ਦੀ ਮਦਦ ਚਾਹੇ NRI ਨਿੱਜੀ ਤੌਰ ਤੇ ਕਰ ਰਹੇ ਆ, ਚਾਹੇ ਸਰਕਾਰਾਂ ਕਰ ਰਹੀਆਂ, ਚਾਹੇ ਉੱਥੋਂ ਦੀਆਂ ਸਟੇਟ ਸਰਕਾਰਾਂ ਕਰ ਰਹੀਆਂ। ਉਹ ਸਾਰਾ ਕੁਝ ਕਿੱਥੇ ਜਾ ਰਿਹਾ ਇਹ ਵੀ ਸਰਕਾਰ ਨੂੰ ਪਾਰਦਰਸ਼ੀ ਤੌਰ ਤੇ ਲੋਕਾਂ ਸਾਹਮਣੇ ਰੱਖਣਾ ਪਊਗਾ ਤੇ ਉਹਦੀ ਮਦਦ ਜਿਹੜੀ ਕਿੱਥੋਂ ਤੱਕ ਪਹੁੰਚਾਈ ਆ ਕਿੱਥੋਂ ਤੱਕ ਨਹੀਂ ਪਹੁੰਚਾਈ ਆ। ਹੁਣ 500 ਟਨ ਤੱਕ ਤਾਂ ਹੋ ਗਿਆ ਪੇ, ਨਿਊਜ਼ ਆਈ ਸੀ ਮੀਡੀਆ 'ਚ ਤੇ 500 ਟਨ ਤੱਕ ਦਾ ਸਮਾਨ ਆ ਗਿਆ ਦਿੱਲੀ ਦੇ ਹਵਾਈ ਅੱਡਿਆਂ ਤੇ ਉਤਰ ਗਿਆ। ਉਹਦੀ ਗਾਹਾਂ ਉਹਦਾ ਵੰਡ ਕਿਵੇਂ ਹੋ ਰਹੀ ਆ, ਕਿੱਥੇ ਕਿੱਥੇ ਪਹੁੰਚ ਰਿਹਾ, ਫਿਰ ਵੀ ਘਾਟ ਕਿਉਂ ਹੋ ਰਹੀ ਆ, ਇਹਦੇ ਬਾਰੇ ਤਾਂ ਸਰਕਾਰ ਨੂੰ ਸੋਚਣਾ ਪਊਗਾ ਨਾ। ਤੇ ਉਹ ਜੇ ਆ ਗਿਆ ਸਮਾਨ ਦਿੱਲੀ ਦੇ ਅੱਡਿਆਂ ਤੇ ਪਿਆ ਰਹਿ ਗਿਆ ਤੇ ਫਿਰ ਉਹਦਾ ਫਾਇਦਾ ਕੀ ਵਰਤਿਆ ਨਹੀਂ ਤਾਂ। ਤੇ ਹੁਣ ਆਪਾਂ ਦੇਖਦੇ ਰੋਜ਼ ਫੋਟੋਆਂ ਆਉਂਦੀਆਂ ਆਪਣੇ ਕੋਲ ਮੀਡੀਆ ਦੇ ਵਿੱਚ ਵੀ ਉੱਥੇ ਸਿਲੰਡਰਾਂ ਦੀ ਕੰਸਾਈਨਮੈਂਟਾਂ ਬਹੁਤ ਆ ਰਹੀਆਂ। ਰੋਜ਼ਾਨਾ ਕੋਈ ਕਤਰ ਤੋਂ ਹਵਾਈ ਜਹਾਜ਼ ਆ ਰਿਹਾ, ਕੋਈ ਸਾਊਦੀ ਅਰਬ ਤੋਂ ਆ ਰਿਹਾ, ਕੋਈ ਆਸਟ੍ਰੇਲੀਆ ਤੋਂ, ਕੋਈ ਕਿਤੇੋਂ। ਤੇ ਜੇ ਉਹ ਆ ਰਿਹਾ ਤਾਂ ਉਹਨੂੰ ਫਟਾਫਟ ਉਹਨੂੰ ਪਹੁੰਚਾਉਣ ਦਾ ਕੰਮ ਤਾਂ ਕਰੋ। ਅਗਲੀ ਗੱਲ ਵੈਕਸੀਨੇਸ਼ਨ ਦੀ ਆ ਜਾਂਦੀ ਆ। ਹੁਣ ਵੈਕਸੀਨੇਸ਼ਨ ਦਾ ਕੰਮ ਤਾਂ ਇੰਨਾ ਢਿੱਲਾ ਹੋ ਗਿਆ ਵੀ ਅੱਜ ਦੀ ਡੇਟ ਦੇ ਵਿੱਚ ਸਰਕਾਰ ਕਹਿ ਰਹੀ ਆ ਵੀ ਆਉਂਦੇ 3-4 ਦਿਨਾਂ ਦੇ ਵਿੱਚ 40-50 ਲੱਖ ਡੋਜ਼ ਹੋਰ ਮਿਲਣਗੇ। ਜਦ ਕਿ ਆਧਾਰ ਪੂਨਾਵਾਲਾ ਸੀਰਮ ਇੰਸਟੀਚਿਊਟ ਦਾ ਜਿਹੜਾ CEO ਆ ਉਹ ਕਹਿੰਦਾ ਜੁਲਾਈ ਤੱਕ ਤਾਂ ਐਂ ਹੀ ਕਿੱਲਤ ਰਹਿਣੀ ਆ। ਹੁਣ ਇਹਦੇ ਵਿੱਚ ਸੁਪਰੀਮ ਕੋਰਟ ਦਾ ਵੀ ਦਖਲ ਸਹੀ ਬਣਦਾ ਤੇ ਵੈਕਸੀਨੇਸ਼ਨ ਪਹਿਲਾਂ ਤੁਸੀਂ 3 ਕੀਮਤਾਂ ਨਿਰਧਾਰਿਤ ਕਰ ਦਿੱਤੀਆਂ ਤੇ ਉਸ ਦੇ ਬਾਵਜੂਦ ਤੁਹਾਡੇ ਕੋਲ ਪ੍ਰੋਡਕਸ਼ਨ ਹੈ ਨਹੀਂ। ਤੇ ਸਭ ਤੋਂ ਵੱਡਾ ਤੋੜ ਜਿਹੜਾ ਕਰੋਨਾ ਦਾ ਉਹ ਵੈਕਸੀਨੇਸ਼ਨ ਹੀ ਹੈ। 18+ ਦੀ ਜਿਹੜੀ ਮੁਹਿੰਮ ਸ਼ੁਰੂ ਕੀਤੀ ਸੀਗੀ ਉਹ ਵਿੱਚੇ ਕਿਤੇ ਚਰਮਰਾ ਗਈ, ਪੂਰੀ ਤਰ੍ਹਾਂ ਨਹੀਂ ਸ਼ੁਰੂ ਹੋ ਸਕੀ। ਇਹਦੇ ਲਈ ਇਹਨਾਂ ਨੂੰ ਪ੍ਰੋਡਕਸ਼ਨ ਸਿਰਫ 2 ਕੰਪਨੀਆਂ ਤੇ ਨਿਰਭਰ ਹੋਣ ਕਰਕੇ ਹੀ ਪ੍ਰੋਡਕਸ਼ਨ ਘਟ ਗਿਆ। ਜੇ ਕੰਪਨੀਆਂ ਹੋਰ ਇਨਵੋਲਵ ਹੁੰਦੀਆਂ ਤਾਂ ਫਿਰ ਸ਼ਾਇਦ ਇਹ ਮਸਲਾ ਸੰਕਟ ਨਹੀਂ ਸੀ ਖੜਾ ਹੋਣਾ। ਫਾਈਜ਼ਰ ਜਿਹੜੀਆਂ ਕੰਪਨੀਆਂ ਬਾਹਰੋਂ ਉਹਨਾਂ ਨੂੰ ਵੀ ਇਹਨਾਂ ਨੇ ਉਦੋਂ ਸ਼ੁਰੂ 'ਚ ਨਕਾਰਤਾ ਸੀਗਾ, ਹੁਣ ਹੀ ਉਹਦੇ ਵੱਲ ਨੂੰ ਥੋੜਾ ਜਿਹਾ ਤੇਜ਼ੀ ਨਾਲ ਕੰਮ ਕਰ ਲੈਣ ਤਾਂ ਸਾਡੀ ਜਿਹੜੀ ਵੈਕਸੀਨੇਸ਼ਨ ਮੁਹਿੰਮ ਆ ਉਹ ਪੂਰੀ ਜ਼ੋਰ ਸ਼ੋਰ ਨਾਲ ਸ਼ੁਰੂ ਹੋਣੀ ਚਾਹੀਦੀ ਆ। ਤੇ ਅਵਤਾਰ ਜੀ ਚਲਦੇ ਸਿਰਫ 1 ਮਿੰਟ 'ਚ ਜਵਾਬ ਚਾਹਾਂਗੇ ਕਿ ਤੁਹਾਨੂੰ ਕੀ ਲੱਗਦਾ ਹੈ ਕਿ ਲੋਕਡਾਊਨ ਇਸ ਮਸਲੇ ਦਾ ਹੱਲ ਹੈ? ਮਸਲੇ ਦਾ ਹੱਲ ਲੋਕਡਾਊਨ ਨਹੀਂ ਹੈ ਪਰ ਕਰੋਨਾ ਨੂੰ ਤੋੜਨ ਦਾ ਜਿਹੜਾ ਤੋੜ ਆ ਉਹ ਲੋਕਡਾਊਨ ਹੀ ਬਣਦਾ ਹੈ। ਕਿਉਂਕਿ ਇਸ ਵੇਲੇ ਜਿੰਨੇ ਟਾਸਕ ਫੋਰਸ ਬਣੇ ਸੀ, ਸੁਪਰੀਮ ਕੋਰਟ ਦੇ ਵਿੱਚ ਵੀ ਕਈ ਵਾਰੀ ਗੱਲਾਂ ਇਦਾਂ ਦੀਆਂ ਹੋਈਆਂ ਵੀ ਸੈਂਟਰ ਨੂੰ ਕਹਿ ਰਹੇ ਵੀ ਲੋਕਡਾਊਨ ਪ੍ਰਤੀ ਤੁਹਾਡਾ ਕੀ ਵਿਚਾਰ ਆ। ਸਰਕਾਰ ਤੇ ਦਬਾਅ ਬਣ ਰਿਹਾ ਪਰ ਲੋਕਡਾਊਨ ਲਾਉਣਾ ਵੀ ਜ਼ਰੂਰੀ ਆ, ਪਰ ਲੋਕਡਾਊਨ ਦੇ ਵਿੱਚ ਪ੍ਰਭਾਵਿਤ ਹੋਣ ਵਾਲੇ ਲੋਕਾਂ ਦਾ ਖਿਆਲ ਰੱਖਣਾ ਵੀ ਜ਼ਰੂਰੀ ਹੈ। ਤੇ ਇਸ ਵੇਲੇ ਸਾਡੇ ਲਈ ਜ਼ਰੂਰੀ ਹੈ ਇਸ ਪ੍ਰੋਗਰਾਮ ਨੂੰ ਸਮੇਟਣਾ ਕਿਉਂਕਿ ਘੜੀ ਦੀਆਂ ਸੂਈਆਂ ਦਾ ਇਸ਼ਾਰਾ ਹੈ। ਪ੍ਰੋਗਰਾਮ ਦਾ ਵੇਲਾ ਖਤਮ ਹੈ। ਤੁਸੀਂ ਸਟੂਡੀਓ 'ਚ ਆਏ, ਆਪਣੇ ਵਿਚਾਰ ਸਾਂਝੇ ਕੀਤੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਜੀ। ਸੋ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਵਿਚਾਰ ਚਰਚਾ ਦੇ ਸਿਲਸਿਲੇ ਨਾਲ ਜੁੜਨ ਲਈ। ਨਵੇਂ ਮੁੱਦਿਆਂ ਦੇ ਨਾਲ ਫੇਰ ਤੋਂ ਲੈ ਕੇ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਇਜਾਜ਼ਤ ਚਾਹਾਂਗੇ।